मित्र प्यारे हाल मुरीदा दा कहना। श्री वाहिगुरु साहिब जी जो कहो राम अजोन अजयत काहे को कौशल को जयो जू काल हो काल में जे को कह कारण काल ते दीन भयो जू संत स्वरूप में बैर कहाए सो क्यों पंथ को रक्त आग जयो जू ताई को मान प्रभु कर कह को भेद न लेना जयो जू। वाहिगुरु जी का खालसा वाहिगुरु जी की फतेह। जुग हो जुग अटल चवर छतर तख्त के मालम सतगुरु धन धन श्री गुरु ग्रंथ साहिब जी महाराज गुरुदेव जी की पावन पवित्र हजूरी अंदर हाजरियां कर रही गुरु स्वरूप गुरु खालसा साध संगत जी 1699 की बैसाखी नूं श्री आनंदपुर साहिब की धरती ते गुरु गोबिंद सिंह साहिब सच्चे पातशाह जी ने इस धरती उपर एक नवा इतिहास सिरजिया। खंडे बाटे की पावल विचों बाणी भगती दे शक्ति दे सुमेल दे विचों खालसे नूं जन्म दिता और दुनिया भर दे अंदर ये दिहाड़ा सतगुरां दा पंथ बड़े प्रेम भावना नाल मनाउंदा है। अमृत संचार होंदे दीवान सजदे गुरमत समागम होंदे ने सतगुरां ने अपार बख्शिश रहमत की है। इस कृपा मन बिरतियां सतगुरां दे चरणां विच एकाग्र करन दा यतन करिए। प्रभ की उस्तत करो संत मीत सावधान एकाग्र जी। मन की एकाग्रता परमेश्वर के नाम के सदका होती है। वाहिगुरु शब्द का अभ्यास मन की मन को एकाग्रता बख्शता है। जितनी ज्यादा साधना वाहिगुरु 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 शब्द की असीं करते हैं उतना ही खंडिया होया मन साडा एकाग्रता बन जाता है। सो आप जी सरबत संत रसना पवित्र करो प्रेम दे नाल जपना करो जी। सतनाम श्री वाहिगुरु साहिब जीओ। जो कहो नाम अजोन अजयत काहे को कौशल को जयो जू। गुरु गोबिंद सिंह जी महाराज का 13 नंबर सवैया। जे तुसी ये गल कहो भी राम अजोर है, इशारा किया है श्री रामचंद्र जी पर। अजोन का भाव जूना तो रहता है, अजय जन्म तो रहता है। काहे को कौशल कुख जयो जू। फिर उन्हें कुशल्या दी कुख द्वारा जन्म क्यों? क्योंकि जेड़ा अजन्मा है, जेड़ा जूना तो रहता है, वो तो कदे जन्म ही नहीं करता। जिसने शरीरक तौर पर जन्म धार लिया, जो जन्म के संसार में आ गया है, तुसी उसको अजोन नहीं कह सकते। ये कह सकते हो कि जून दे विच आया है, जन्मया है। हुण जन्मना ते मरना
ਇਹ ਪਰਮੇਸ਼ਰ ਦੇ ਹੱਥ ਵਿੱਚ ਹੈ। ਜਨਮ ਵੀ ਇੱਕ ਦੇ ਰਿਹਾ ਜਿਹਨੇ ਜਨਮ ਦਿੱਤਾ ਹੈ, ਮੌਤ ਮਰਨਾ ਉਹਦੇ ਹੱਥ ਦੇ ਵਿੱਚ ਹੈ। ਪਰਮੇਸ਼ਰ ਨੇ ਜਨਮਣਾ ਤੇ ਮਰਨਾ ਆਪਣੇ ਹੱਥ ਵਿੱਚ ਰੱਖਿਆ। ਜਾਤ ਤੇ ਸੁਭਾਣਾ ਤਾਂ ਜੰਮਿਆ। ਆਪਾਂ ਕਹਿੰਦੇ ਆ ਵੀ ਮੌਤ ਉਹਦੇ ਭਾਣੇ ਵਿੱਚ ਹੁੰਦੀ ਹੈ, ਮਹਾਰਾਜ ਕਹਿੰਦੇ ਜਨਮ ਵੀ ਉਹਦੇ ਹੁਕਮ ਦੇ ਵਿੱਚ ਹੈ। ਜਾਤ ਤੇ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਜਦੋਂ ਉਸਨੂੰ ਪਾਇਆ ਚੰਗਾ ਲੱਗਿਆ, ਉਹਦੀ ਆਗਿਆ ਹੋਈ ਤੇ ਜਨਮ ਹੋ ਗਿਆ। ਇਹਦਾ ਭਾਵ ਕਿ ਇੱਕ ਨੂੰ ਤੁਸੀਂ ਅਜੋਨ ਕਹਿ ਰਹੇ ਹੋ, ਜਿਸ ਨੂੰ ਤੁਸੀਂ ਅਜੋਨ ਕਹਿ ਰਹੇ ਹੋ, ਉਹਨੇ ਤਾਂ ਕੁਸ਼ਲਿਆ ਦੀ ਭੁੱਖ ਤੋਂ ਜਨਮ ਲਿਆ ਤੇ ਉਹਨੂੰ ਜਨਮ ਦੇਣ ਵਾਲਾ ਉਹ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਹੈ। ਕਾਲ ਹੁਕਾਨ ਕਹਿ ਜੇ ਕੋ ਕਹਿ ਕਾਰਣ ਕਾਲ ਤੇ ਦੀਨ ਪਯੋਜੂ। ਫਿਰ ਸਾਹਿਬ ਜੀ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਕਾਨ ਯਾਨੀ ਕ੍ਰਿਸ਼ਨ ਜੀ ਅਕਾਲ। ਫਿਰ ਕਿਸ ਕਾਰਨ ਕਰਕੇ ਉਹ ਕਾਲ ਦੇ ਸਾਹਮਣੇ ਦੀਨ ਹੋ ਗਏ? ਭਾਵੇਂ ਜਦੋਂ ਸਮਾਂ ਆਇਆ ਉਦੋਂ ਸ੍ਰੀ ਕ੍ਰਿਸ਼ਨ ਜੀ ਵੀ ਸਰੀਰ ਛੱਡ ਕੇ ਦੁਨੀਆ ਤੋਂ ਚਲੇ ਗਏ। ਉਹਨਾਂ ਨੂੰ ਵੀ ਆਪਣਾ ਸਰੀਰ ਜਿਹੜਾ ਤਿਆਗਣਾ ਪਿਆ ਹੈ। ਸੰਤ ਸਰੂਪ ਬਿਵੈਰ ਕਹਾਏ, ਸੋ ਕਿਉ ਪੰਥ ਕੋ ਰਤ ਆਗਤ ਯੋਜੂ। ਜੇ ਤੁਸੀਂ ਕਹਿੰਦੇ ਹੋ ਕਿ ਉਹ ਸੰਤ ਸਰੂਪ ਸਨ, ਬਿਵੈਰ ਕਹਾਏ ਵੀ ਉਹ ਨਿਰਵੈਰ ਸਨ, ਵੀ ਕਿਸੇ ਨਾਲ ਵੈਰ ਨਹੀਂ ਸੀ ਕਰਦੇ, ਸੋ ਕਿਉਂ ਪਤ ਕਉ ਰਤ ਆਗਤ ਯੋਜੂ। ਫਿਰ ਉਹਨਾਂ ਨੂੰ ਕੀ ਲੋੜ ਪੈ ਗਈ ਵੀ ਉਹ ਅਰਜਨ ਦੇ ਰਖਵਾਈ ਬਣ ਕੇ ਉਹਦਾ ਰਥ ਅੰਕਦੇ ਰਹੇ, ਉਹਦਾ ਰਥ ਤੋਰਦੇ ਰਹੇ। ਸ੍ਰੀ ਕ੍ਰਿਸ਼ਨ ਜੀ ਰਖਵਾਈ ਬਣੇ ਸਨ ਅਰਜਨ ਦੇ। ਜਦੋਂ ਮਹਾਭਾਰਤ ਦਾ ਜੰਗ ਹੋਇਆ, ਰਖਵਾਈ ਬਣ ਕੇ ਗਏ। ਕੌਰਵ ਤੇ ਪਾਂਡਵ ਉਹਨਾਂ ਦੇ ਵਿਚਕਾਰਲੇ ਸਨ, ਕਿਉਂਕਿ ਦੋਨੇ ਮੰਨਦੇ ਸਨ, ਕੌਰਵ ਵੀ ਮੰਨਦੇ ਸਨ ਤੇ ਪਾਂਡਵ ਵੀ ਮੰਨਦੇ ਸਨ। ਪਰ ਉਹਨਾਂ ਨੇ ਅਰਜਨ ਦਾ ਪੱਖ ਕੀਤਾ। ਅਰਜਨ ਦੇ ਰਖਵਾਈ ਬਣ ਕੇ ਉਹਨਾਂ ਨੇ ਉਹਦਾ ਰਥ ਤੋਰਿਆ। ਆਪਾਂ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਪੜ੍ਹਦੇ ਆ, ਉੱਥੇ ਮਹਾਰਾਜ ਕਲਗੀਧਰ ਜੀ ਕਹਿੰਦੇ ਕਹਾ ਬਾਟ ਵਾਰੀ ਵਸੈ ਪਤ ਸਾਰਥੀ ਰਥ ਹੋਏ। ਵੀ ਰੱਬ ਨੂੰ ਕਿਹੜਾ ਮੁਸੀਬਤ ਪੈ ਗਈ ਵੀ ਉਹਨੂੰ ਆ ਕੇ ਅਰਜਨ ਦਾ ਰਖਵਾਈ ਬਣਨਾ ਪੈ ਗਿਆ। ਬਾਟ ਨਾ ਮੁਸੀਬਤ ਦਾ ਵੀ ਉਹਨੂੰ ਕਿਹੜਾ ਮੁਸੀਬਤ ਪੈ ਗਈ ਰੱਬ ਦਾ। ਸਤਿਗੁਰੂ ਕਲਗੀਧਰ ਜੀ ਕਹਿੰਦੇ ਵੀ ਜੇ ਉਹ ਨਿਰਵੈਰ ਹੁੰਦੇ ਨਾ ਤੇ ਦੋਹਾਂ ਦੇ ਵਿਚਕਾਰ ਖੜਦੇ, ਵੀ ਨਾ ਉਹਨਾਂ ਨਾਲ ਵੈਰ ਹੁੰਦਾ ਤੇ ਨਾ ਉਹਨਾਂ ਦੇ ਨਾਲ ਵੈਰ ਹੁੰਦਾ। ਹੁਣ ਕੋਈ ਆਖੇ ਜੀ ਵੀ ਅਰਜਨ ਤਾਂ ਭਗਤ ਸੀ, ਬਿਲਕੁਲ ਭਗਤ ਸੀਗਾ, ਕੋਈ ਸ਼ੱਕ ਨਹੀਂ। ਪਰ ਜਿਹੜਾ ਜੰਗ ਹੋਇਆ ਉਹ ਕੋਈ ਧਰਮ ਜੰਗ ਥੋੜਾ ਸੀ। ਆਪਸ ਵਿੱਚ ਜਿਹੜਾ ਜੰਗ ਹੋਇਆ ਉਹ ਦ੍ਰੋਪਦੀ ਕਰਕੇ ਜੰਗ ਜਿਹੜਾ ਸੀ ਮਹਾਭਾਰਤ ਦਾ, ਉਹਦਾ ਕਾਰਨ ਦ੍ਰੋਪਦੀ ਬਣੀ, ਜਿਸ ਕਰਕੇ ਉਹ ਯੁੱਧ ਹੋਇਆ ਮਹਾਭਾਰਤ ਦਾ। ਜੇ ਤਾਂ ਧਰਮ ਯੁੱਧ ਹੁੰਦਾ ਤੇ ਫਿਰ ਮੰਨ ਲੈਂਦੇ ਵੀ ਜਾ ਕੇ ਭਗਵਾਨ ਨੇ ਮਦਦ ਕੀਤੀ ਆਪਣੇ ਭਗਤ ਦੀ। ਪਰ ਦੂਜੇ ਪਾਸੇ ਦੁਰਯੋਧਨ ਵਰਗੇ ਭਾਵੇਂ ਹੰਕਾਰੀ ਸਨ, ਪਰ ਮੰਨਦੇ ਤਾਂ ਭਗਵਾਨ ਵੀ ਸਨ। ਇਹ ਸਾਡੇ ਰਖਵਾਲੇ ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਜੋ ਸੰਤ ਸਰੂਪ ਤੇ ਆਪਣੇ ਆਪ ਨੂੰ ਨਿਰਵੈਰ ਕਹਾਉਂਦੇ ਨੇ, ਉਹਨਾਂ ਨੂੰ ਕੀ ਲੋੜ ਪੈ ਗਈ? ਉਹਨਾਂ ਨੇ ਕਿਉਂ ਜਾ ਕੇ ਅਰਜਨ ਦਾ ਰਥ ਅੰਕਿਆ ਹੈ? ਤਾਹੀ ਕੋ ਮਾਨ ਪ੍ਰਭੂ ਕਰ ਕਹਿ ਜੈ, ਕੋ ਭੇਦ ਨਾਲੇ ਨਾਲ ਯੋਜੂ। ਹੁਣ ਇਹ ਸਾਰੀ ਗੱਲ ਭੇਦ ਵਿੱਚ ਹੈ, ਗੱਲ ਸਮਝਣ ਵਾਲੀ। ਪਰਮੇਸ਼ਰ ਦਾ ਭੇਦ ਕਿਸੇ ਨੇ ਨਹੀਂ ਜਾਣਿਆ। ਉਹਨੂੰ ਪ੍ਰਭੂ ਕਰਕੇ ਮੰਨ, ਪਰਮੇਸ਼ਰ ਕਰਕੇ ਮੰਨ। ਸਰੀਰਾਂ ਨੂੰ, ਅਵਤਾਰੀ ਪੁਰਸ਼ਾਂ ਨੂੰ ਪ੍ਰਭੂ ਕਰਕੇ ਮੰਨਣ ਦੀ ਤੈਨੂੰ ਲੋੜ ਨਹੀਂ, ਵੀ ਉਹ ਪਰਮੇਸ਼ਰ ਸਨ। ਮਾਇਆ ਕੀ ਹੈ ਆਪਾਂ ਥੋੜਾ ਜਿਆਦਾ ਵਿਸਥਾਰ ਕਰ ਲਈਏ ਵੀ ਗੱਲ ਸਮਝ ਵਿੱਚ ਆ ਜਾਏ। ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਜੀ, ਜਿਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਇਸ਼ਟ ਪਤਰੇਕ ਬੰਦ ਵੀ ਸਾਡੇ ਜਿੰਨੇ ਵੀ ਸੰਬੰਧੀ ਨੇ, ਰਿਸ਼ਤੇਦਾਰ ਨੇ, ਮਿੱਤਰ ਨੇ, ਫਿਰ ਇਸ਼ਟ ਸਾਡਾ ਜਿਹੜਾ ਗੁਰੂ ਹੈ, ਇਹ ਸਭ ਮਾਇਆ ਹੀ ਹੈ। ਮਾਇਆ ਕਿਹੜੀ ਚੀਜ਼ ਹੈ? ਜਿਹੜੀ ਚੀਜ਼ ਮਨੁੱਖ ਤੇ ਪਰਮਾਤਮਾ ਦੇ ਵਿੱਚ ਦੀਵਾਰ ਬਣ ਜਾਏ ਉਸ ਨੂੰ ਮਾਇਆ ਨਹੀਂ ਕਿਹਾ ਜਾਂਦਾ। ਮਾਇਆ ਦੇ ਬਹੁਤ ਰੂਪ ਨੇ,
पर इत्थे जिहड़ी व्याख्या दास कर लग्या भी जिहड़ी चीज मनुख नूं परमात्मा भुला देवे उहनूं माया कहंदे। एक अवतारी पुरुष संसार में आउंदा है, उसकी पूजा होंदी, उसका सन्मान होंदा है, जगत उहनूं पूजदा है, जगत उसनूं पूजदा परमेश्वर भुला देता है। जिसने पैदा किया उसे नूं भुल गए। फिर हुण उत्थे इस मनुख नूं समझाउण दी खातर फिर गुरु साहब जी ने बचनोच्चारण करने पए। महाराज कहते भी वो तां अवतारी पुरुष अपनी ड्यूटी करन जगत विच आए सन। ऐ मूर्ख, तूं उन्हां दी पूजा क्यों करन लग पिया? उन्हां दी पूजा छड्ड, अकाल पुरख दी पूजा कर, निरंकार दी पूजा कर। हुण वेखो कलगीधर जी अपने बारे की कहंदे। हुण जे कोई सवाल करे भी गुरु नानक साहब जी महाराज भी जगत विच आए, गुरु गोबिंद सिंह साहब जी महाराज भी जगत विच आए, शरीर का जन्म तो होया ही है। तही प्रकाश हमारा भयो, जोत का प्रकाश होया, जिहड़ी जोत सी। प्रकाश कित्थे होया जी? इलाहाबाद, जिथे महाराज कलगीधर जी आप लिखते भी ताप माप और अलख अराधा बहुविध योग साधना साधन तिन जो करी अलग की सेवा तांते भये प्रसन्न गुरदेवा। तही प्रकाश हमारा भयो। मेरे माता पिता ने अकाल पुरख की आराधना की कि सानू सपुत्र बख्शो। फिर उत्थे इलाहाबाद की धरती ते जोत का प्रकाश होया। उधर माहे आए किया निवास, माता कै मन बहुत विगास। जब उधर विच जोत ने आके निवास कर लिया, माता के हृदय विच बड़ा विगास आनंद खेड़ा पैदा होया। फिर सतगुरु जी कहते हैं तही प्रकाश हमारा भयो, पटना शहर विखै भव लयो। भावना होंदा है जन्म का, साडे शरीर का जन्म पटने की धरती ते होया। प्रकाश ना साडा इलाहाबाद ही हो गया सी, और जन्म शरीर ने पटने की धरती ते होया। पटना साहिब साडा जन्म होया। जोत का हमेशा प्रकाश ही होता है। जोत कदे जन्म नहीं लेंदी, क्योंकि कदे जमदी ते मरदी नहीं। शरीर का धर्म ही जन्मना ते मरना, शरीर जमदा ते मरदा है। जे थोड़ी जी ब्रह्म ज्ञान की अवस्था वाले महापुरुषों की गल करिए तो कहते ना जन्मना ते ना मरना है। सतगुरु जी कहते कौन मुआरे कौन मुआ, ब्रह्म ज्ञान की गल करो बेचारा मरिया की कुछ भी ना कछ आए हो ना कछ जाए हो। राम की दुहाई ना कुछ आउंदा ना कुछ जाता है। फिर हुंदा की है कहते जी पवन है मैंने पवन समाया, ज्योति में जोत रत जाया। माटी माटी हुई एक, शरीर पंज तत्तां तो बनिया। पाउण विच पाउण समा गई, मिट्टी विच मिट्टी समा गई, अग दे विच अग जाके समा गई। पंज तत्त छिंड गए, अपने अपने तत्तां दे विच जाके समा गए। फिर दसो कौन मुआरे कौन मुआ? मरिया कौन है? ना मिट्टी मरी ना पानी मरिया, ना अग मरी ना पाउण मरी ना आकाश मरिया। पंज तत्तां दा शरीर बनया। सतगुरु कहते इन्हां विचों मरिया कुछ भी नहीं। यह वो चलत पया, चलत नाम है कि कौतक दा। यह तां परमेश्वर दा कौतक है, अकाल पुरख दा। कुछ जन्मदा नहीं, कुछ मरदा नहीं। बस शरीर पंज तत्तां दे नाल इकट्ठा होंदा है। जदों पंज तत्त बिखर जाते हैं, वेखो गड्डी होंदी, कार होंदी है, ਉਹਦੇ कितने पार्ट्स ਜਿਹੜੇ ਨੇ ਇਕੱਠੇ ਕਰਕੇ ਉਹਨੂੰ ਤਿਆਰ ਕੀਤਾ ਜਾਂਦਾ ਹੈ। फिर खिंड भी जाती, जदों खिंडदी ते ਚੱਲਣ ਜੋਗੀ नहीं रही। ਉਹੀ पार्ट्स फिर इकट्ठे कर दिओ, फिर ਚੱਲਣ ਜੋਗੀ हो जाती है। ਇਹ ਤਾਂ ਨਹੀਂ ਨਾ ਵੀ ਮਾਰੀ ਗਈ ਆ, ਉਹਦੇ पार्ट्स अलग-अलग हो गए, ਹੁਣ नहीं ਚੱਲਦੀ। ਉਹ पार्ट्स फिर इकट्ठे कर लो, फिर ਚੱਲਣ ਜੋਗੀ हो जाती है। ਇਹ शरीर मशीनरी बनाई परमेश्वर ने, पंज तत्तां दे पार्ट्स ਉਹਨੇ इकट्ठे कीते होए ने। ਜਦੋਂ ਖਿਲਾਰ ਦਿੰਦਾ ਹੈ, ਉਹ ਪੰਜੇ ਦੇ ਪੰਜੇ ਤੱਤ ਆਪਣੇ ਮਹਾ ਤੱਤਾਂ ਵਿੱਚ ਜਾ ਕੇ ਸਮਾ ਜਾਂਦੇ ਨੇ। ਇਹਦਾ ਭਾਵ ਕਹਿਣ ਦਾ ਵੀ ਜਨਮ ਦਾ ਤੇ ਮਰਦਾ ਕੁਝ ਵੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਕਰਕੇ ਸਮਝਾ ਰਹੇ ਨੇ, ਜਿਹੜੀ ਜੋਤ ਹੈ ਉਹਦਾ ਪ੍ਰਕਾਸ਼ ਹੁੰਦਾ ਹੈ। ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਬਚਨ ਕਿਹਾ
कि जितने भी अवतारी पुरुष जगत के विच आए ने माया ने। माया क्यों ने? क्योंकि उन्हां करके जीवां नूं परमेश्वर भुल गया। हुण सतगुरु अपनी गल कहंदे, जो हम को परमेश्वर उच रहते सब नरक गुण मैं पर। जेड़ा मैनू परमेश्वर कहेगा ना, वो नरकां विच जा के रहेगा। तुसीं मैनू परमेश्वर ना समझियो, मोको दास अवन का जान, मैनू वाहिगुरू दा दास समझो, मैं तां उहदा दास हां। उन्हें हुक्म किया धरती ते जाके सच का प्रचार करो। मैं इत्थे पंथ का सच का प्रचार करने वास्ते आया, पर नाले भी गल कह दी कि मेरे विच ते उहदे विच फर्क भी कोई नहीं। मैं उसे का ही रूप है, मैं दास उसका। गुरु साहब जी ने ये माया की जिहड़ी दीवार सी ना तोड़ के सिख ने परमेश्वर नाल अकाल पुरख नाल जोड़िया। सतगुरां ने नहीं आख्या कि मेरा नाम जपो, नहीं भाई, अकाल पुरख दा नाम जपो, वाहिगुरू दा नाम जपो, परमेश्वर को आराधना। इत्थे गुरु गोबिंद सिंह साहब जी का ये सारे वचन कहने का मकसद ये है कि जे तुसी पूजा करनी है तो अकाल पुरख दी करनी है। ओदी पूजा नहीं करनी जेड़ा जमदा है ते जेड़ा मरदा है। सतगुरु जी कह रहे ने, हे जीव ताही को मान प्रभु कर गए, जे को भेद ना ले ना लयो जू। ओनू तू परमेश्वर करके मन, जेदा भेद अज ताई ना तां किसी ने लिया ते ना ही जिसदा भेद कोई जान सकता है। क्यों कहो कृष्ण कृपा निंद है, कह काज ते बंधक बाण लगायो। सतगुरु जी कहते भी तुसी ये क्यों कहते हो कि कृष्ण कृपा का खजाना है। एक अवतारी पुरुष नूं कह देंदे हो भी कृपा का खजाना, यह काज ते बंधक बाण लगायो। कहते फिर जेड़ा बंधक शिकारी सी, फिर उन्हें आके तीर क्यों मारिया भगवान कृष्ण। भाई गुरदास साहब जी भी कहते ना, आराम करते सन भगवान जी ते उन्होंने गोडे दे उत्ते अपना चरण रखा सी, जिवें गोडे ते गोडा रख के लंबा पए सन ते चरण दे विच पदम सी, वो चमकदा सी। शिकारी ने बाण मारिया, तीर मारिया, ते जदों तीर वज्जिया उन्होंने आके ते उन्होंने शरीर उस तो बाद अपना त्याग दिता, चले गए संसार को। ते कारण की सी? क्योंकि फिर एक समय ऐसा सी जदों त्रेते विच छुप के भगवान रामचंद्र जी ने भी किसी को तीर मारिया सी, फिर वही आके इत्थे शिकारी बन गया। त्रेते युग का माल अज द्वापर युग दे विच आके श्री कृष्ण के रूप के अंदर धरती ते विचरदा है। ते जिहनूं छुप के बाण मारिया सी ना त्रेते युग विच, वो शिकारी बन गया। सतगुरु कहते जे कृपा ने दाखोगे उसनों ते दसो फिर उस शिकारी ने बाण तीर क्यों मारिया है। और कुली में उदारक जो कहते अपनो कुल नाश करायो। सतगुरु कहते ने भी जिन्हां नूं तुसीं ये कहते हो भी सारियां दीयां कुल्लां तार देंदे ने, भी सारियां दा उद्धार करदे ने, कहते अपनो कुल नाश करायो, फिर उन्होंने अपनी कुल नाश क्यों करा लिया। यादवां दी कुल नाश होई गई सी। भगत नामदेव जी कहते ने, दुर्भाषा सो दर्द ठगौरी यादव ए फल पाए। ऋषि दुर्भाषा ओदे नाल यादवां ने आके हासा ठट्ठा कीता। एक लड़के दे पेट ते ना लोहे दा तसला जिहड़ा हुंदा है, वो तसला बन दिता ते दुर्भाषा ऋषि नूं आके कहण लगे, ऋषि जी ਇਹਦੇ पेट ਤੋਂ कौन जन्म लएगा। वो नेत्रहीन, ਇਹਦੇ पेट ਤੋਂ कौन जन्म लएगा। उन्होंने आख्या भी जेड़ा भी जन्म लएगा ना ਤੁਹਾਡੀ कुल नाश कर देगा। जेड़ा भी जन्म लएगा ਤੁਹਾਡੀ कुल नाश कर देगा। और बड़ी मुसीबत पै गई। सारे यादव इकट्ठे होकर भगवान जी को आए, महाराज बोले करो श्राप मिल गया। वो कहते भी इतना करो भी ये तसला जिहड़ा है ना ਇਹਨੂੰ ਘਸਾ ਦਿਓ ਚੰਗੀ ਤਰ੍ਹਾਂ, ਸਾਰਾ ਲੋਹਾ ਘਸਾ ਦਿਓ। ਉਹ ਚਲੇ ਗਏ ਜੀ ਨਦੀ ਦੇ ਕੰਢੇ ਤੇ ਨਦੀ ਦੇ ਕੰਢੇ ਤੇ ਬਹਿ ਕੇ ਨਾ ਲੋਹੇ ਦਾ ਤਸਲਾ ਘਸਾ ਦਿੱਤਾ ਸਾਰਾ। ਉਹ ਥੋੜਾ ਜਿਹਾ ਰਹਿ ਗਿਆ। ਉਹਨਾਂ ਸੋਚਿਆ ਵੀ ਚਲੋ ਇਹਦੇ ਨਾਲ ਕੀ ਹੋਣਾ ਹੈ, ਉਹਨਾਂ ਨੇ ਚੁੱਕ ਕੇ ਨਦੀ 'ਚ ਸੁੱਟ ਦਿੱਤਾ। ਹੁਣ ਜਿੱਥੇ ਬਹਿ ਕੇ ਉਹ ਤਸਲਾ ਘਸਾਇਆ ਸੀ, ਉਹ ਲੋਹੇ ਦਾ ਪੂਰ ਜਿਹੜਾ ਸੀ
ਉਹਦੇ ਚੋਂ ਸਰਾੜ ਨੇ ਜਨਮ ਲਿਆ। ਸਰਾੜ ਦਾ ਤੁਹਾਨੂੰ ਪਤਾ ਹੋਣਾ ਵੀ ਨਦੀਆਂ ਦੇ ਕਿਨਾਰੇ ਆਮ ਕਰਕੇ ਨਾ ਸਰਾੜ ਹੋ ਜਾਂਦੀ ਹੈ, ਜਿਵੇਂ ਕਾਈ ਜੀ ਹੁੰਦੀ ਹੈ, ਬੜੀ ਤਿੱਖੀ ਹੁੰਦੀ ਹੈ, ਉਹ ਸ਼ਸਤਰ ਨਾਲੋਂ ਜ਼ਿਆਦਾ ਵੀ ਤਿੱਖੀ ਹੁੰਦੀ ਹੈ। ਉਹਦੇ ਵਿੱਚੋਂ ਸਰਾੜ ਨੇ ਜਨਮ ਲੈ ਲਿਆ ਤੇ ਜਿਹੜਾ ਉਹ ਲੋਹੇ ਦਾ ਟੁਕੜਾ ਪਾਣੀ 'ਚ ਸੱਟਿਆ ਸੀ ਉਹਨੂੰ ਮੱਛੀ ਨਿਕਲ ਗਈ। ਮੱਛੀ ਜਿਹੜੀ ਸੀ ਸ਼ਿਕਾਰੀ ਦੇ ਹੱਥੇ ਚੜ ਗਈ ਤੇ ਉਹਨੇ ਜਦੋਂ ਵਿੱਚੋਂ ਚੀਰਿਆ ਤੇ ਲੋਹੇ ਦਾ ਟੁਕੜਾ ਮਿਲਿਆ, ਉਹਨੇ ਤੀਰ ਦੇ ਮੂਹਰੇ ਲਾ ਲਿਆ। ਤੀਰ ਦੇ ਮੂਹਰੇ ਲਾ ਕੇ ਜਦੋਂ ਫਿਰ ਗਿਆ ਜੰਗਲ 'ਚ ਸ਼ਿਕਾਰ ਕਰਨ, ਉਹਨੇ ਸੋਚਿਆ ਕਿ ਸ਼ਾਇਦ ਕਿਤੇ ਮੇਰਾ ਸ਼ਿਕਾਰ ਹਰਨ ਹੈ। ਭਗਵਾਨ ਜੀ ਪ੍ਰਭਾਤ ਵਕਤ ਆਰਾਮ ਕਰਦੇ ਸਨ, ਉਹਨੇ ਖਿੱਚ ਕੇ ਤੀਰ ਮਾਰਿਆ ਜਦੋਂ ਤੇ ਭਗਵਾਨ ਦੇ ਚਰਨਾਂ 'ਚ ਆ ਗਿਆ। ਸ਼ਿਕਾਰੀ ਜਦੋਂ ਦੌੜ ਕੇ ਆਇਆ ਵੇਖਿਆ ਭਗਵਾਨ ਜੀ ਸਨ, ਆ ਕੇ ਖਿਮਾ ਦੀ ਜਾਚਨਾ ਕਰਦਾ। ਉਹ ਕਹਿੰਦੇ ਕੋਈ ਨਹੀਂ, ਪਿਛਲੇ ਜਨਮ 'ਚ ਮੈਂ ਲੁੱਟ ਕੇ ਮਾਰਿਆ, ਇਸ ਜਨਮ ਵਿੱਚ ਤੂੰ ਮਾਰ ਲਿਆ। ਲੇਖਾ ਤਾਂ ਦੇਣਾ ਹੀ ਸੀ। ਸਤਿਗੁਰੂ ਜੀ ਕਹਿੰਦੇ ਨੇ ਵੀ ਜਿਹੜਾ ਹੋਰਾਂ ਦੀਆਂ ਕੁੱਲਾਂ ਦਾ ਉਧਾਰ ਕਰਦਾ ਉਹਦੀ ਆਪਣੀ ਕੁੱਲ ਨਾਸ਼ ਹੋਵੇ। ਸ੍ਰੀ ਕ੍ਰਿਸ਼ਨ ਜੀ ਉਸੇ ਹੀ ਲੋਹੇ ਦੇ ਟੁਕੜੇ ਨਾਲ ਚੱਲ ਵਸੇ। ਯਾਦਵ ਪੀ ਕੇ ਸ਼ਰਾਬ ਤੇ ਜਾ ਕੇ ਨਦੀ ਦੇ ਕੰਢੇ ਤੇ ਇਸ਼ਨਾਨ ਕਰਦੇ ਸਨ, ਆਪਸ ਵਿੱਚ ਲੜ ਪਏ ਕਿਸੇ ਗੱਲ ਕਰਕੇ। ਜਦੋਂ ਆਪਸ ਵਿੱਚ ਲੜਾਈ ਹੋਈ, ਉਹ ਜਿਹੜੀ ਸਰਾੜ ਸੀ ਨਾ, ਉਹੀ ਪੁੱਟ ਕੇ ਇੱਕ ਦੂਜੇ ਨੂੰ ਉਹਨਾਂ ਨੇ ਮਾਰੀ ਤੇ ਆਪਸ ਵਿੱਚ ਲੜ ਕੇ ਉੱਥੇ ਚੱਲ ਵਸੇ। ਇਸ ਤਰ੍ਹਾਂ ਉਹਨਾਂ ਦੀ ਸਾਰੀ ਜਿਹੜੀ ਕੁੱਲ ਸੀ ਉਹ ਨਾਸ਼ ਹੋ ਗਈ। ਆਹੀ ਫਿਰ ਭਗਤ ਜੀ ਕਹਿੰਦੇ ਨੇ, ਦੁਰਭਾਸ਼ਾ ਸਿਓ ਕਰਤ ਠਗੌਰੀ ਯਾਦਵ ਇਹ ਪਾਏ। ਰਿਸ਼ੀ ਦੁਰਭਾਸ਼ਾ ਦੇ ਨਾਲ ਠਗੌਰੀ ਕਰਦਿਆਂ, ਮਖੌਲ ਕਰਦਿਆਂ ਯਾਦਵਾਂ ਨੇ ਇਹ ਫਲ ਪ੍ਰਾਪਤ ਕੀਤਾ, ਉਹਨਾਂ ਦੀ ਆਪਣੀ ਕੁੱਲ ਨਾਸ਼ ਹੋ ਗਈ। ਆਦ ਅਜੋਨ ਕਹਾਏ ਕੋ ਕੇਵ ਦੇਵਕ ਕੇ ਜਠਰ ਅੰਦਰ ਆਇਓ। ਜੋ ਆਪਣੇ ਆਪ ਨੂੰ ਆਦ ਤੇ ਅਜੋਨ ਕਹਾਉਂਦਾ ਵੀ ਮੈਂ ਜੂਨਾਂ ਤੋਂ ਰਹਿਤ ਹਾਂ। ਫਿਰ ਕਹਿੰਦੇ ਦੇਵਕੀ ਦੇ ਜਠਰ ਅੰਦਰ, ਪੇਟ ਦੇ ਅੰਦਰ ਉਹਨੇ ਆ ਕੇ ਫਿਰ ਜਨਮ ਕਿਉਂ ਧਾਰਿਆ ਜੀ, ਅਜੋਨ ਸੀ। ਫਿਰ ਉਹਨੂੰ ਕੀ ਲੋੜ ਪੈ ਗਈ ਜੂਨਾਂ ਦੇ ਵਿੱਚ ਆਉਣ ਦੀ। ਜੇ ਤੁਸੀਂ ਭਗਵਾਨ ਨੂੰ, ਕ੍ਰਿਸ਼ਨ ਜੀ ਨੂੰ ਕਹੋਗੇ ਵੀ ਉਹ ਅਜੋਨ ਸੀ, ਵੀ ਜੂਨਾਂ ਦੇ ਵਿੱਚ ਨਹੀਂ ਆਇਆ, ਫਿਰ ਸਤਿਗੁਰੂ ਸਵਾਲ ਕਰਦੇ ਨੇ ਵੀ ਫਿਰ ਉਹਨਾਂ ਨੂੰ ਕੀ ਲੋੜ ਪੈ ਗਈ ਕਿ ਉਹ ਇਸ ਸੰਸਾਰ ਦੇ ਵਿੱਚ ਮਾਤਾ ਦੇਵਕੀ ਦੇ ਕੁੱਖ ਤੋਂ ਜਨਮ ਧਾਰ ਕੇ ਆਵਣ। ਤਨ ਮਤ ਕਹਿ ਜੇ ਕੋਤ ਹੈ ਕਿਉ ਵਾਸੁਦੇਵ ਹੈ ਬਾਪ ਕਹਾਇਓ। ਜਿਸ ਅਕਾਲ ਪੁਰਖ ਦਾ ਤਾਪ ਪਿਤਾ ਕੋਈ ਨਹੀਂ, ਜਿਹਦੀ ਮਾਤਾ ਕੋਈ ਨਹੀਂ। ਫਿਰ ਸਤਿਗੁਰੂ ਕਹਿੰਦੇ ਨੇ ਵੀ ਫਿਰ ਵਾਸੁਦੇਵ ਦਾ ਪਿਤਾ ਕਿਵੇਂ ਹੋ ਗਿਆ? ਜੇ ਤੁਸੀਂ ਕਹੋ ਵੀ ਭਗਵਾਨ ਹੀ ਬ੍ਰਹਮ ਹੈ, ਫਿਰ ਉਹਦਾ ਪਿਤਾ ਵੀ ਹੈ ਤੇ ਉਹਦੀ ਮਾਂ ਵੀ ਹੈ। ਜੇ ਭਗਵਾਨ ਬ੍ਰਹਮ ਹੋ ਗਿਆ ਤੇ ਉਹਨਾਂ ਦੀ ਮਾਤਾ ਦੇਵਕੀ ਹੈ ਤੇ ਪਿਤਾ ਵਾਸੁਦੇਵ ਹੈ। ਹੁਣ ਇੱਕ ਪਾਸੇ ਦਾ ਕਿਹਾ ਜਾਂਦਾ ਵੀ ਉਹਦੇ ਮਾਤਾ ਪਿਤਾ ਕੋਈ ਨਹੀਂ, ਨਾ ਦਾਤਾ ਹੈ ਨਾ ਮਾਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਕਹਿੰਦੇ ਨਾ ਉਹਨਾਂ ਦੀ ਮਾਂ ਹੈ ਨਾ ਉਹਨਾਂ ਦਾ ਪਿਤਾ ਹੈ। ਫਿਰ ਇੱਥੇ ਉਹਨਾਂ ਦੇ ਮਾਤਾ ਪਿਤਾ ਵੀ। ਜੇ ਮਾਤਾ ਪਿਤਾ ਨੇ, ਜੇ ਮਾਤਾ ਪਿਤਾ ਮੰਨਣੇ ਪੈਣਗੇ ਤਾਂ ਭਾਵ ਫਿਰ ਉਹ ਜੂਨ ਦੇ ਵਿੱਚ ਆਏ ਨੇ, ਤੇ ਜਿਹੜਾ ਜੂਨ ਵਿੱਚ ਆ ਗਿਆ ਤੇ ਫਿਰ ਉਹ ਬ੍ਰਹਮ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵੀ ਉਹ ਬ੍ਰਹਮ ਨਹੀਂ, ਸਰੀਰ ਬ੍ਰਹਮ ਨਹੀਂ। ਪਰਮਾਤਮਾ ਦੀ ਜਿਹੜੀ ਜੋਤ ਹੈ, ਉਸ ਜੋਤ ਨੇ ਜਗਤ ਦੇ ਅੰਦਰ ਸਰੀਰ ਵਿੱਚ ਆ ਕੇ ਜੀਵਾਂ ਦਾ ਭਲਾ ਕਰਨਾ ਚਾਹਿਆ, ਪਰ ਜਿਹੜੇ ਜੀਵ ਸਨ ਉਹ ਭਟਕ ਗਏ। ਉਹਨਾਂ ਨੇ ਉਹਨਾਂ ਨੂੰ ਬ੍ਰਹਮ ਮੰਨ ਲਿਆ ਵੀ ਇਹ ਹੀ ਰੱਬ ਹੈ। ਫਿਰ ਉਹਨਾਂ ਦੀ ਪੂਜਾ ਜਗਤ ਦੇ ਲੋਕਾਂ ਨੇ ਰੱਬ ਸਮਝ ਕੇ ਕੀਤੀ। ਕਿਸੇ ਨੇ 24 ਅਵਤਾਰਾਂ ਨੂੰ ਪੂਜਿਆ, ਕਿਸੇ ਨੇ ਦੇਵੀ ਦੇਵਤਿਆਂ ਨੂੰ ਪੂਜਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਵੀ ਅਕਾਲ ਪੁਰਖ ਦਾ ਤਾਂ ਕੋਈ ਨਾਮ ਹੀ ਨਹੀਂ ਲੈਂਦਾ ਜੋ ਸਾਰੇ ਸੰਸਾਰ ਨੂੰ ਬਣਾ ਰਿਹਾ। ਇਹ ਗੱਲ ਨਿਖੇਧੀ ਦੀ ਨਹੀਂ ਵੀ ਕਿਸੇ ਦੀ ਨਿਖੇਧੀ ਕਰਦੇ ਨੇ ਮਹਾਰਾਜ। ਗੱਲ ਇਹ ਹੈ ਕਿ ਜੋ ਸਰਬ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਉਸ ਅਕਾਲ ਪੁਰਖ ਦੀ ਭਗਤੀ ਬੰਦਗੀ ਕੋਈ ਨਹੀਂ ਕਰਦਾ, ਉਹਦਾ ਨਾਮ ਕੋਈ ਨਹੀਂ ਜਪਦਾ, ਜਿਹਨੇ ਜਗਤ ਪੈਦਾ ਕੀਤਾ ਹੈ। ਆਹੇ ਕੋਈ ਸਭ ਐਸੈ ਬਾਤ ਕਾਹੇ ਤੇ ਜਿਸ ਕੋਈ ਸਭ ਖਾਨਿਓ। ਕਾਹੇ ਕੋ ਇਸ ਮਹੇਸ਼ ਹੈ ਭਾਗਤ। ਕਿਉਂ ਭਾਈ ਸ਼ਿਵ ਜੀ ਨੂੰ ਤੁਸੀਂ ਈਸ਼ਵਰ ਰੱਬ ਕਿਉਂ ਕਹਿੰਦੇ? ਉਹ ਰੱਬ ਕਿੱਥੋਂ ਹੋਇਆ? ਉਹਨੇ ਤਾਂ ਆਪ ਜਨਮ ਧਾਰਿਆ, ਸੰਸਾਰ ਦੇ ਵਿੱਚ ਆਇਆ।
ਉਹਨੂੰ ਪਰਮੇਸ਼ਰ ਨੇ ਬਣਾਇਆ। ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਉਹਨੂੰ ਈਸ਼ਵਰ ਰੱਬ ਕਿਵੇਂ ਮੰਨ ਲਿਆ? ਫਿਰ ਕਹਿੰਦੇ ਕਾਹੇ ਦਜੇਸ਼ ਤੋਂ ਇਸ ਖਾਨੀ ਦਜੇਸ਼ ਕਹਿੰਦੇ ਬ੍ਰਹਮਾ ਨੂੰ, ਤੁਸੀਂ ਬ੍ਰਹਮਾ ਨੂੰ ਰੱਬ ਕਿਵੇਂ ਕਹਿ ਦਿੱਤਾ ਵੀ ਬ੍ਰਹਮਾ ਰੱਬ ਹੈ? ਇੱਕ ਸਮੇਂ ਤਾਂ ਬ੍ਰਹਮਾ ਨੂੰ ਹੰਕਾਰ ਹੋ ਗਿਆ, ਸਾਰੀ ਦੁਨੀਆ ਜਾਣਦੀ ਹੈ। ਜਦੋਂ ਜਿਹੜਾ ਕਬਲ ਦਾ ਫੁੱਲ ਹੈ, ਜਦੋਂ ਦੀ ਨਾਲ ਦੇ ਵਿੱਚੋਂ ਬ੍ਰਹਮੇ ਨੇ ਜਨਮ ਲਿਆ, ਉਹਦੇ ਵਿੱਚੋਂ ਜਨਮ ਜਦੋਂ ਲਿਆ ਹੰਕਾਰ ਹੋ ਗਿਆ ਵੀ ਬਸ ਮੈਂ ਹੀ ਭਇਓ ਜਗਤ ਕਾ ਕਰਤਾ ਮੋਮਨੇ ਆਨ ਨਾ ਕੋਈ, ਇੱਕ ਮੈਂ ਹਾਂ ਤੇ ਚਾਰ ਤੇ ਮੇਰੇ ਪਾਣੀ ਫੁੱਟਦਾ ਕੋਈ। ਫਿਰ ਕਈ ਯੁਗ ਉਹ ਕਮਲ ਦੀ ਜਿਹੜੀ ਨਾਲ ਸੀ ਨਾ ਉਹਦੇ ਵਿੱਚ ਹੀ ਭਰਮਦਾ ਰਿਹਾ ਕਈ। ਅਖੀਰ ਜਦੋਂ ਹੰਕਾਰ ਕੀਤਾ ਤੇ ਫਿਰ ਪਰਮੇਸ਼ਰ ਨੇ ਆਖਿਆ ਤਪ ਕਰ, ਬਹਿ ਕੇ ਤਪ ਕਰ, ਬੰਦਗੀ ਕਰ। ਫਿਰ ਜੇ ਬੰਦਗੀ ਕਰੇਗਾ, ਬੰਦਗੀ ਕਰਨ ਦੇ ਨਾਲ ਫਿਰ ਸੰਸਾਰ ਦੀ ਉਤਪਤੀ ਹੋਵੇਗੀ। ਸੋ ਕਹਿਣ ਤੋਂ ਭਾਵ ਕਿ ਰੱਬ ਦਾ ਹੰਕਾਰੀ ਹੋ ਨਹੀਂ ਸਕਦਾ, ਪਰਮੇਸ਼ਰ ਦਾ ਹੰਕਾਰ ਨਹੀਂ ਨਾ ਕਰਦਾ, ਉਹਦਾ ਮਾਲਕ ਹੈ। ਤੇ ਜਿਹੜਾ ਹੰਕਾਰ ਕਰਦਾ ਹੈ ਉਸ ਨੂੰ ਫਿਰ ਅਸੀਂ ਕਿਵੇਂ ਕਹਿ ਦਿਆਂਗੇ ਕਿ ਉਹ ਰੱਬ ਹੈ? ਇਸ ਕਰਕੇ ਕਾਹੇ ਕੋ ਮਹਾਰਾਜ ਕਹਿੰਦੇ ਕਿਉਂ ਭਾਈ ਤੁਸੀਂ ਸ਼ਿਵ ਜੀ ਨੂੰ ਰੱਬ ਕਹਿੰਦੇ ਹੋ ਤੇ ਕਿਉਂ ਤੁਸੀਂ ਬ੍ਰਹਮਾ ਨੂੰ ਰੱਬ ਕਰਕੇ ਬਿਆਨ ਕਰਦੇ ਹੋ? ਹੈ ਨਾ ਰਘੁਵੇਸ਼, ਰਘੂਆਂ ਦੇ ਮਾਲਕ ਰਾਮਚੰਦਰ ਜੀ। ਇਸੇ ਪ੍ਰਕਾਰ ਜਦਵੇਸ਼ ਜਾਦਵਾਂ ਦੇ ਮਾਲਕ ਸ਼੍ਰੀ ਕ੍ਰਿਸ਼ਨ ਜੀ, ਰਮਾਪਦ ਮਾਇਆ ਦੇ ਮਾਲਕ ਵਿਸ਼ਨੂੰ ਜੀ। ਮਹਾਰਾਜ ਕਹਿੰਦੇ ਤੁਸੀਂ ਉਹਨਾਂ ਨੂੰ ਸਾਰੇ ਵਿਸ਼ਵ ਦਾ ਨਾਥ ਕਰਕੇ ਮੰਨ ਲਿਆ ਵੀ ਇਹ ਸਾਰੇ ਵਿਸ਼ਵ ਦੇ ਮਾਲਕ ਹਨ। ਏਕ ਕੋ ਛਾੜ ਅਨੇਕ ਭਜੈ ਸੁਖ ਦੇਵ ਪਰਾਸਰ ਵਿਆਸ ਛੋਟਾਨਿਓ। ਸਤਿਗੁਰੂ ਕਹਿੰਦੇ ਇੱਕ ਨੂੰ ਛੱਡ ਕੇ ਅਨੇਕਾਂ ਦਾ ਭਜਨ ਕਰਨ ਲੱਗ ਪਏ। ਕੋਈ ਬ੍ਰਹਮਾ ਨੂੰ ਪੂਜਣ ਲੱਗ ਪਿਆ, ਕੋਈ ਸ਼ਿਵ ਜੀ ਨੂੰ ਪੂਜਣ ਲੱਗ ਗਿਆ, ਕੋਈ ਵਿਸ਼ਨੂੰ ਜੀ ਨੂੰ ਪੂਜਣ ਲੱਗ ਗਿਆ, ਕੋਈ ਰਾਮਚੰਦਰ ਜੀ ਨੂੰ, ਕੋਈ ਕ੍ਰਿਸ਼ਨ ਜੀ ਨੂੰ। ਚਲੋ ਹਰ ਕਿਸੇ ਦਾ ਆਪਣਾ ਕੀਤਾ ਹੈ। ਇੱਕ ਤਾਂ ਛੱਡਤਾ, ਅਨੇਕਤਾ ਦੇ ਵਿੱਚ ਪੈ ਗਏ ਲੋਕ, ਵੱਖਰੇ ਵੱਖਰਿਆਂ ਦੀ ਪੂਜਾ ਦੇ ਵਿੱਚ ਪੈ ਗਏ। ਸਤਿਗੁਰੂ ਕਹਿੰਦੇ ਸੁਖਦੇਵ ਪਰਾਸਰ ਵਿਆਸ ਚਠਾਨੇ। ਹੁਣ ਇੱਥੇ ਆ ਕੇ ਨਾ ਸਾਰਾ ਪ੍ਰਸੰਗ ਖੁੱਲ ਜਾਂਦਾ ਹੈ। ਤੁਸੀਂ ਵੇਦ ਵਿਆਸ ਝੂਠਾ ਪਾ ਦਿੱਤਾ। ਵੇਦ ਵਿਆਸ ਜੀ ਵਰਗੇ ਜਿਨ੍ਹਾਂ ਨੇ ਸ਼ਾਸਤਰਾਂ ਨੂੰ ਜਨਮ ਦਿੱਤਾ। ਦੁਨੀਆ ਦੇ ਵਿੱਚ ਸਨਾਤਨ ਮਤ ਦੇ ਵਿੱਚ ਸਭ ਤੋਂ ਵੱਡੇ ਵਿਦਵਾਨ ਸੰਤ ਭਗਤ ਬੰਦੇ ਜਾਂਦੇ ਨੇ ਸਵਾਮੀ ਵੇਦ ਵਿਆਸ। ਰਿਸ਼ੀ ਪਰਾਸਰ ਵੇਦ ਵਿਆਸ ਜੀ ਦੇ ਪੁੱਤਰ ਸੁਖਦੇਵ ਬਣੀ ਰਾਜੇ ਜਨਕ ਦੇ ਚੇਲੇ ਹੋਏ। ਬੜੇ ਵੱਡੇ ਵਿਦਵਾਨ ਸਨ ਜਿਹੜੇ ਸ਼ਾਸਤਰਾਂ ਦੇ ਕਰਦੇ, ਧਰਮ ਗ੍ਰੰਥਾਂ ਦੇ ਕਰਦੇ ਹੋਏ ਨੇ। ਉਹਨਾਂ ਨੇ ਆਖਿਆ ਕਿ ਰੱਬ ਇੱਕ ਹੈ, ਬ੍ਰਹਮ ਇੱਕ ਹੈ, ਤੇ ਤੁਸੀਂ ਫਿਰ ਅਨੇਕਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਤੁਸੀਂ ਇੱਕ ਹੀ ਧਰਮ ਦਾ ਜਿਹੜਾ ਅੰਗ ਹੈ ਉਸ ਧਰਮ ਦੇ ਅੰਗ ਦੇ ਅੰਦਰ ਇਹ ਬਿਆਨ ਕੀਤਾ ਜਾਂਦਾ ਵੀ ਬ੍ਰਹਮ ਇੱਕ ਹੈ, ਤੇ ਤੁਸੀਂ ਇੱਕ ਨੂੰ ਛੱਡ ਕੇ ਅਨੇਕਾਂ ਦੀ ਪੂਜਾ ਕਰਨ ਵਾਸਤੇ ਤੁਰ ਪਏ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੋਂ ਬਾਅਦ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਬੈਠੇ ਨੇ ਗੱਦੀ ਤੇ ਸਤਿਗੁਰਾਂ ਨੇ ਕਿਹਾ ਵੀ ਫਰਕ ਨਹੀਂ ਸਮਝਣਾ। ਇਹ ਨਹੀਂ ਕਿ ਕੋਈ ਆਖੇ ਵੀ ਮੈਂ ਕੇਵਲ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹਾਂ, ਕੋਈ ਇਹ ਨਾ ਆਖੇ ਵੀ ਮੈਂ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸਿੱਖ ਹਾਂ, ਕੋਈ ਇਹ ਨਾ ਆਖੇ ਵੀ ਮੈਂ ਤੀਸਰੇ ਪਾਤਸ਼ਾਹ ਜਾਂ ਚੌਥੇ ਪਾਤਸ਼ਾਹ ਦਾ ਸਿੱਖ ਹਾਂ। ਮਹਾਰਾਜ ਕਹਿੰਦੇ ਮੈਂ ਕੇਵਲ ਸਰੀਰ ਬਦਲਿਆ, ਮੇਰੀ ਜੋਤ ਉਹੀ ਹੈ। ਤੁਸੀਂ ਮੇਰੇ ਸਰੀਰ ਦਾ ਪੁਜਾਰੀ ਨਹੀਂ ਬਣਨਾ, ਤੁਸੀਂ ਸ਼ਬਦ ਦਾ ਪੁਜਾਰੀ ਬਣਨਾ, ਮੇਰੇ ਸਰੀਰ ਦਾ ਪੁਜਾਰੀ ਨਾ ਬਣਨਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਜੀ ਜੋਗ ਉਹਾ ਜੋਗ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਉਹੀ ਹੈ, ਜੁਗਤ ਵੀ ਉਹੀ, ਬਸ ਸਰੀਰ ਬਦਲਿਆ। ਜਿਵੇਂ ਕੱਪੜਾ ਪੁਰਾਣਾ ਹੁੰਦਾ ਹੈ ਨਾ ਤੇ ਆਪਾਂ ਨਵਾਂ ਪਾ ਲੈਂਦੇ ਹਾਂ, ਪੁਰਾਣਾ ਸੁੱਟ ਦਿੰਦੇ ਹਾਂ। ਇਹ ਸਰੀਰ ਰੂਪੀ ਜਿਹੜਾ ਵਸਤਰ ਜਦੋਂ ਪੁਰਾਣਾ ਹੋ ਗਿਆ ਤੇ ਜੋਤ ਨੇ ਨਵੇਂ ਸਰੀਰ ਤੇ ਵਾਸਾ ਕਰ ਲਿਆ। ਜੋਤ ਪਰਮੇਸ਼ਰ ਹੈ, ਸਰੀਰ ਪਰਮੇਸ਼ਰ ਨਹੀਂ। ਸ਼ਬਦ ਗੁਰੂ ਹੈ, ਸਰੀਰ ਗੁਰੂ ਨਹੀਂ। ਮਸ਼ਕੀਨ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਉਸ ਬਚਨ ਨੇ ਇਹ ਸਾਰਾ ਪ੍ਰਸੰਗ ਖੋਲ ਦਿੱਤਾ। ਉਹ ਕਹਿੰਦੇ ਸਰੀਰ ਦਾ ਨਾਮ ਨਾਨਕ ਦੇਵ ਜੀ ਸੀ,
ਜੋਤ ਦਾ ਨਾਮ ਗੁਰੂ ਸੀ। ਹੁਣ ਤੁਸੀਂ 10 ਪਾਤਸ਼ਾਹੀਆਂ ਜੋ ਵਿਅਕਤੀਗਤ ਸਰੀਰ ਵਿੱਚ ਆਏ, ਜਿਨ੍ਹਾਂ ਨੇ ਸਰੀਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ, 11ਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੁਗੋ ਜੁਗਤ ਦਾ 10 ਪਾਤਸ਼ਾਹੀਆਂ ਦੇ ਵਿੱਚ ਇੱਕੋ ਚੀਜ਼ ਕਾਮਨ ਹੈ, ਕਿਹੜੀ ਕਿ ਗੁਰੂ ਸ਼ਬਦ। ਸਰੀਰ ਅਲੱਗ-ਅਲੱਗ ਨੇ, ਰੂਪ ਵੀ ਅਲੱਗ-ਅਲੱਗ ਹੋਣਗੇ, ਨਾਮ ਵੀ ਅਲੱਗ-ਅਲੱਗ ਨੇ, ਪਰ ਇੱਕ ਨਾਮ ਜਿਹੜਾ ਪਹਿਲੇ ਜਾਮੇ ਤੋਂ ਲੈ ਕੇ 11ਵੇਂ ਜਾਮੇ ਤੱਕ ਚੱਲਦਾ ਜੀ, ਉਹ ਨਾਮ ਹੈ ਜੀ ਗੁਰੂ ਸ਼ਬਦ। ਤੇ ਸਤਿਗੁਰਾਂ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਨੂੰ ਕਿਹਾ ਵੀ ਇਹ ਸ਼ਬਦ ਗੁਰੂ ਨੇ, ਇਹ ਜਾਗਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਜੋਤ ਦਾ ਨਾਮ ਗੁਰੂ ਸੀ, ਸਰੀਰ ਦਾ ਨਾਮ ਅਲੱਗ-ਅਲੱਗ ਸੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਦਰ ਦੇ ਸਾਰੇ ਭੇਦ ਜਿਹੜੇ ਖਤਮ ਕਰ ਦਿੱਤੇ। ਪਾਤਸ਼ਾਹ ਕਹਿੰਦੇ ਵੀ ਕੋਈ ਮੇਰਾ ਸਿੱਖ ਕੱਲ ਹੋਏ ਨਾ ਕਵੇ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਕੱਲਿਆਂ ਨੂੰ ਪੂਜਦਾ ਜੀ, ਮੈਂ ਗੁਰੂ ਅੰਗਦ ਦੇਵ ਸਾਹਿਬ ਨੂੰ ਨਹੀਂ ਮੰਨਦਾ, ਜਾਂ ਮੈਂ 10ਵੇਂ ਪਾਤਸ਼ਾਹ ਜੀ ਨੂੰ ਨਹੀਂ ਮੰਨਦਾ। ਇਦਾਂ ਦਾ ਜਿਹੜਾ ਭੇਦ ਭਾਵ ਮੇਰੇ ਗੁਰੂ ਸਾਹਿਬ ਨੇ ਸਿੱਖਾਂ ਚੋਂ ਖਤਮ ਕਰ ਦਿੱਤਾ ਕਿ ਤੁਸੀਂ ਜੋਤ ਇੱਕ ਸਮਝਣੀ ਹੈ। ਇਸ ਕਰਕੇ ਕਲਗੀਧਰ ਜੀ ਕਹਿੰਦੇ ਸੁਖਦੇਵ ਪਰਾਸਰ ਵਿਆਸ ਖਾਨੇ ਹੋ, ਤੁਸੀਂ ਰਿਸ਼ੀ ਵਿਆਸ ਵੇਦ ਵਿਆਸ ਜੀ ਉਹਨਾਂ ਨੂੰ ਝੂਠਾ ਪਾ ਦਿੱਤਾ। ਉਹ ਕਹਿੰਦੇ ਬ੍ਰਹਮ ਇੱਕ ਹੈ ਤੇ ਤੁਸੀਂ ਅਨੇਕਾਂ ਦੀ ਬੰਦਗੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਓਕਟ ਧਰਮ ਸਜੇ ਸਭ ਹੀ ਹਮ ਏਕ ਹੀ ਗੋਬਿੰਦ ਨਿਕ ਪ੍ਰਮਾਨਿਓ। ਸੰਸਾਰ ਦੇ ਲੋਕਾਂ ਨੇ ਫੋਕਟ ਦਾ ਧਰਮ ਸਜਾਇਆ ਹੋਇਆ ਹੈ, ਫੋਕਟ ਦੇ ਧਰਮ ਦੇ ਉਧਾਰਨੀ ਬਣ ਗਏ ਨੇ। ਹਮ ਏਕ ਹੀ ਗੋਬਿੰਦ ਨੈਕ ਪ੍ਰਮਾਨਿਓ, ਅਸੀਂ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਪ੍ਰਮਾਣਿਤ ਕੀਤਾ ਹੈ ਕਿ ਇੱਕ ਅਕਾਲ ਪੁਰਖ ਦਾ ਨਾਮ ਹੀ ਜੀਵਾਂ ਦਾ ਉਧਾਰ ਕਰ ਸਕਦਾ ਹੈ, ਹੋਰ ਕੋਈ ਸੰਸਾਰ ਵਿੱਚ ਜੀਵਾਂ ਦਾ ਉਧਾਰ ਨਹੀਂ ਕਰ ਸਕਦਾ। ਜੀਵਾਂ ਦਾ ਉਧਾਰ ਕੋਈ ਨਹੀਂ ਕਰ ਸਕਦਾ, ਕਿਉਂਕਿ ਰਾਮ ਜੋ ਦਾਤਾ ਮੁਕਤੀ ਦੇਣਾ ਕਿਹਦਾ ਕੰਮ ਹੈ ਜੀ? ਪਰਮੇਸ਼ਰ ਦਾ। ਪਰਮੇਸ਼ਰ ਤੋਂ ਬਿਨਾਂ ਕੋਈ ਵੀ ਕਿਸੇ ਨੂੰ ਮੁਕਤੀ ਨਹੀਂ ਦੇ ਸਕਦਾ। ਤੇ ਪਰਮੇਸ਼ਰ ਮੁਕਤੀ ਕਦੋਂ ਦਿੰਦਾ ਜੀ? ਜਦੋਂ ਸੰਤ ਜਪਾਵੇ, ਜਦੋਂ ਸੰਤ ਜਿਨ੍ਹਾਂ ਦੀ ਸ਼ੋਭਤ ਵਿੱਚ ਬਹਿੰਦੇ ਉਹ ਸਾਨੂੰ ਨਾਮ ਜਪਾਉਂਦੇ ਨੇ, ਗੁਰੂ ਦੀ ਸ਼ੋਭਤ ਵਿੱਚ ਬਹਿੰਦੇ ਆ, ਜਦੋਂ ਸਤਿਗੁਰੂ ਸਾਨੂੰ ਨਾਮ ਜਪਾਉਂਦੇ ਨੇ, ਉਸ ਨਾਮ ਸਿਮਰਨ ਦੇ ਵਿੱਚੋਂ ਹੀ ਸਿੱਖ ਦੇ ਬੰਧਨ ਟੁੱਟਦੇ ਨੇ, ਸਿੱਖ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਕਲਗੀਧਰ ਜੀ ਕਹਿੰਦੇ ਜਿਤਨੇ ਵੀ ਪੋਪਟ ਧਰਮ ਸੰਸਾਰ ਦੇ ਲੋਕਾਂ ਨੇ ਧਾਰਨ ਕੀਤੇ ਨੇ, ਅਸੀਂ ਉਹਨਾਂ ਨੂੰ ਤਿਆਗ ਕੇ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਹੀ ਪ੍ਰਮਾਣਿਤ ਕੀਤਾ ਹੈ। ਕੋ ਦੇ ਦੇਸ ਕੋ ਮਾਨਤ ਹੈ ਅਰ ਕੋ ਮਹੇਸ਼ ਕੋ ਇਸ ਬਤੈ ਹੈ। ਸਤਿਗੁਰੂ ਜੀ ਕਹਿੰਦੇ ਕੋਈ ਤਾਂ ਬ੍ਰਹਮਾ ਨੂੰ ਮੰਨਦਾ ਹੈ ਤੇ ਕੋਈ ਇਸੇ ਤਰ੍ਹਾਂ ਮਹੇਸ਼ ਨੂੰ ਈਸ਼ ਭਾਵ ਪਰਮੇਸ਼ਰ ਕਰਕੇ ਜਾਣਦਾ ਹੈ। ਕੋ ਕਹੈ ਵਿਸਨੋ ਵਿਸਨਾਇਕ ਜਾਏ ਭਜੇ ਅਗ ਓਗ ਕਟੈ ਹੈ। ਉਹ ਕਹੈ ਵਿਸਨੋ ਵਿਸਨਾਇਕ, ਕੋਈ ਕਹਿੰਦਾ ਕਿ ਵਿਸ਼ਨੂੰ ਜੀ ਸਾਰੇ ਵਿਸ਼ਵ ਦੇ ਨਾਇਕ ਮਾਲਕ ਨੇ, ਚਾਹੇ ਭਜੇ ਜਿਨ੍ਹਾਂ ਦਾ ਭਜਨ ਕਰਨ ਨਾਲ ਅਗ ਓਗ ਕਟੈ ਹੈ, ਤੇਰੇ ਸਾਰੇ ਪਾਪ ਕੱਟੇ ਜਾਣਗੇ। 12,000 ਵਿਚਾਰ ਹਰੇ ਜਾਣ ਅੰਤ ਸਮੈ ਸਭ ਹੀ ਤਜ ਜੈ ਹੈ। ਸਤਿਗੁਰੂ ਕਹਿੰਦੇ ਹੈ ਮੂਰਖ, 1000 ਵਾਰ ਆਪਣੇ ਮਨ ਵਿੱਚ ਜਰਾ ਵਿਚਾਰ ਕਰਕੇ ਵੇਖ, ਜਦੋਂ ਅੰਤਲਾ ਸਮਾਂ ਆਉਣਾ ਸਭ ਨੇ ਛੱਡ ਜਾਣਾ ਹੈ। ਜੋ ਆਪ ਨਹੀਂ ਰਹੇ ਉਹ ਤੇਰੇ ਨਾਲ ਕਿੱਥੋਂ ਤੁਰ ਪੈਣਗੇ। ਜੋ ਆਪਣਾ ਬਚਾਅ ਕਾਲ ਤੋਂ ਨਹੀਂ ਕਰ ਸਕੇ ਤੇ ਤੇਰਾ ਬਚਾਅ ਕਾਲ ਤੋਂ ਕਿੱਥੋਂ ਕਰ ਲੈਣਗੇ। 1000 ਵਾਰ ਜਰਾ ਮਨ ਵਿੱਚ ਵਿਚਾਰ ਕਰ। ਭਾਵ ਸਤਿਗੁਰੂ ਨਾਮ ਦ੍ਰਿੜ ਕਰਾਉਣਾ ਚਾਹੁੰਦੇ ਨੇ ਸਾਰੇ ਮਨੁੱਖਾਂ ਨੂੰ ਵੀ ਹਿਰਦੇ ਵਿੱਚ ਨਾਮ ਦ੍ਰਿੜ ਕਰੋ। ਹਰ ਬਿਨ ਕੌਣ ਸਹਾਈ ਮਨ ਕਾ, ਹਰੀ ਤੋਂ ਬਿਨਾਂ ਇਸ ਮਨ ਦਾ ਕੌਣ ਸਹਾਈ ਹੈ। ਜਹ ਬਾਤ ਪਿਤਾ ਸੁਖਮੀਤ ਨਾ ਪਾਈ, ਮਨ ਰੂਹਾਂ ਨਾਮ ਤੇਰਾ ਸੰਗ ਸਹਾਈ। ਜਿੱਥੇ ਮਾਤਾ ਪਿਤਾ ਸੁੱਤ ਪੁੱਤਰ ਪਰਿਵਾਰ ਰਿਸ਼ਤੇਦਾਰ ਉਹਨਾਂ ਨੇ ਤੇਰੀ ਸਹਾਇਤਾ ਨਹੀਂ ਕਰਨੀ ਹੈ, ਮੇਰੇ ਮਨ ਉੱਥੇ ਨਾਮ ਨੇ ਤੇਰੀ ਸਹਾਇਤਾ ਕਰਨੀ ਹੈ। ਜਦੋਂ ਅੰਤ ਕਾਲ ਅੰਤ ਸਮਾਂ ਆਉਣਾ ਹੈ ਨਾ, ਸਾਰਿਆਂ ਨੇ ਸਾਥ ਛੱਡ ਕੇ ਤੇਰਾ ਚਲੇ ਜਾਣਾ ਹੈ।
ਇਹ ਮਨ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਜਿਸ ਨੇ ਅੰਤ ਕਾਲ ਤੇਰੀ ਸਹਾਇਤਾ ਕਰਨੀ ਹੈ। ताहि को ध्यान प्रमाण ही जो थे आप है अल आगे कुएं है। ਉਸ ਅਕਾਲ ਪੁਰਖ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰ, ਜੋ ਥੇ ਜੋ ਪਹਿਲਾਂ ਵੀ ਸੀ, ਅਬ ਹੈ ਜੋ ਹੁਣ ਵੀ ਹੈ ਤੇ ਜਿਹੜਾ ਅੱਗੇ ਵੀ ਹੋਵੇਗਾ। ਜਿਹੜਾ ਅਵਤਾਰੀ ਪੁਰਸ਼ ਸਤਯੁਗ ਵਿੱਚ ਹੋਇਆ ਜੀ ਉਹ ਕਲਯੁਗ ਵਿੱਚ ਨਹੀਂ, ਜਿਹੜਾ ਤ੍ਰੇਤੇ ਵਿੱਚ ਹੋਇਆ ਦੁਆਪਰ ਚ ਨਹੀਂ, ਜਿਹੜਾ ਦੁਆਪਰ ਚ ਹੋਇਆ ਉਹ ਕਲਯੁਗ ਵਿੱਚ ਨਹੀਂ। ਆਏ ਸਨ ਪਰ ਚਲੇ ਗਏ ਕਦੇ। ਫਿਰ ਉਹਦਾ ਨਾਮ ਕਿਉਂ ਜਪੀਏ? ਜੰਮੈ ਤੇ ਮਰ ਜਾਏ ਜੋ ਜੰਮਦਾ ਤੇ ਮਰਦਾ, ਉਹਦਾ ਨਾਮ ਜਪਣ ਦੀ ਫਿਰ ਕੀ ਲੋੜ ਹੈ? ਨਾਮ ਉਹਦਾ ਜਪੀਏ। ਸਤਿਗੁਰੂ ਕਹਿੰਦੇ ਜੋ ਤ੍ਰਈ ਕਾਲ ਬਾਅਦ ਤਿੰਨਾਂ ਕਾਲਾਂ ਦੇ ਵਿੱਚ ਵਿਆਪਕ ਹੈ ਪਰਮੇਸ਼ਰ, ਜੋ ਪਿੱਛੇ ਵੀ ਸੀ ਹੁਣ ਵੀ ਸੀ। ਆਦ ਸੱਚ ਜੁਗਾਦ ਸੱਚ ਹੈ, ਧੀ ਸੱਚ ਨਾਨਕ ਹੋਸੀ ਧੀ ਸੱਚ। ਜਿਹੜਾ ਪਿੱਛੇ ਵੀ ਸੱਚ ਹੁਣ ਵੀ ਸੱਚ, ਜਿਹਨੇ ਅੱਗੇ ਸੱਚ ਸਰੂਪ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੂੰ ਧਿਆਉਣਾ ਕਰ, ਉਸ ਨੂੰ ਜਪਣਾ ਕਰ, ਜੋ ਛੱਡ ਕੇ ਚਲੇ ਗਏ ਉਹਨਾਂ ਨੂੰ ਚੇਤੇ ਰੱਖਿਆ। ਵਿਦਵਾਨ ਕਵੀ ਜਨ ਪਿਆਰੇ ਭਗਤ ਜਨ ਅਰਦਾਸ ਜੀ ਪਹਿਲੀ ਵਾਰੀ ਪੰਜਾਬ ਤੋਂ ਬਾਹਰ ਦੇ ਰਹਿਣ ਵਾਲੇ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਦਾ ਬੜਾ ਮਨ ਸੀ, ਸਨਾਤਨ ਮਤ ਨਾਲ ਉਹ ਸੰਬੰਧ ਰੱਖਦੇ ਸਨ ਕਿ ਮੈਂ ਦਰਸ਼ਨ ਕਰਨੇ ਨੇ ਸ੍ਰੀ ਹਰਿਮੰਦਰ ਸਾਹਿਬ ਦੇ। ਜਦੋਂ ਉਹਨਾਂ ਨੇ ਆ ਕੇ ਦਿਦਾਰ ਦਰਸ਼ਨ ਕੀਤੇ ਜੀ, ਦਰਸ਼ਨ ਕਰਕੇ ਉਹਨਾਂ ਨੇ ਇੱਕ ਬਚਨ ਉਚਾਰਨ ਕੀਤਾ, ਹਰ ਮੰਦਰ ਹਰ ਬੈਕੁੰਠ ਕੋ ਤੋਲ ਲਿਓ ਅਰਦਾਸ, ਭਾਰੋ ਬਤੋ ਸੋ ਗਿਰ ਭਰਿਓ ਹੋਰੋ ਚੜ੍ਹੋ ਆਕਾਸ਼। ਉਹ ਕਹਿੰਦੇ ਵੀ ਮੈਂ ਹਰਿਮੰਦਰ ਸਾਹਿਬ ਜੀ ਨੂੰ ਤੇ ਬੈਕੁੰਠ ਨੂੰ, ਜਿਹਦੀ ਗੱਲ ਲੋਕ ਕਰਦੇ ਨੇ, ਮੈਂ ਦੋਨਾਂ ਨੂੰ ਤੋਲ ਲਿਆ। ਤੋਲ ਕੇ ਮੈਂ ਇਸ ਨਿਸ਼ਚੇ ਤੇ ਪਹੁੰਚਿਆ ਵੀ ਜਿਹੜਾ ਭਾਰਾ ਬੈਕੁੰਠ ਸੀ ਨਾ, ਭਾਰੋ ਬਤੋ ਸੋ ਗਿਰ ਭਰਿਓ, ਜਿਹੜਾ ਭਾਰਾ ਬੈਕੁੰਠ ਸੀ ਉਹ ਧਰਤੀ ਤੇ ਡਿੱਗ ਪਿਆ। ਹੋਰੋ ਚੜ੍ਹਿਓ ਆਕਾਸ਼, ਜਿਹੜਾ ਹੌਲਾ ਬੈਕੁੰਠ ਸੀ ਆਕਾਸ਼ੇ ਚੜ੍ਹ ਗਿਆ। ਦੇਖੋ ਜੀ ਅਨੁਮਤ ਦੇ ਪੁਰਸ਼ ਸਨ, ਪਰ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਇੱਕ ਵਾਰੀ ਦਰਸ਼ਨ ਕੀਤੇ। ਸਾਡੇ ਵਾਲੇ ਤਾਂ ਨਿੰਦਕ ਹੀ ਬਣ ਗਏ, ਗੁਰੂ ਸਾਹਿਬ ਦੇ ਦਰਬਾਰ ਦੇ ਨਿੰਦਿਆ ਕਰਦੇ ਨੇ, ਕਈ ਤੁਰੇ ਫਿਰਦੇ ਨੇ, ਉਹਨਾਂ ਦਾ ਕੰਮ ਹੀ ਨਿੰਦਿਆ ਕਰਨਾ। ਉਹ ਕਦੀ ਮਹਾਂਪੁਰਸ਼ਾਂ ਦੀ ਨਿੰਦਿਆ ਕਰੀ ਜਾਣਗੇ, ਕਦੀ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਦੀ ਨਿੰਦਿਆ ਕਰੀ ਜਾਣਗੇ, ਕਦੀ ਹਰਿਮੰਦਰ ਸਾਹਿਬ ਦੀ ਨਿੰਦਿਆ ਕਰੀ ਜਾਣਗੇ, ਕਦੀ ਸਰੋਵਰਾਂ ਨੂੰ ਨਿੰਦੀ ਜਾਣਗੇ। ਇਹ ਪ੍ਰਚਾਰ ਹੋ ਰਿਹਾ। ਪ੍ਰਚਾਰ ਕੀ ਹੁੰਦਾ ਹੈ? ਪ੍ਰਚਾਰ ਹੁੰਦਾ ਜੀ ਕਿਸੇ ਨੂੰ ਜੋੜਨਾ, ਕਿਸੇ ਨੂੰ ਤੋੜਨਾ ਪ੍ਰਚਾਰ ਨਹੀਂ ਹੁੰਦਾ। ਜਦੋਂ ਅਸੀਂ ਛੋਟੇ ਜਿਹੇ ਹੁੰਦੇ ਸੀ, ਮੈਨੂੰ ਲੱਗਦਾ ਵੀ ਸ਼ਾਇਦ ਤਕਰੀਬਨ 5ਵੀਂ ਦੀ ਕਲਾਸ, ਸਾਡੇ ਹਿੰਦੀ ਦੇ ਵਿੱਚ ਨਾ, ਹਿੰਦੀ ਦਾ ਜਿਹੜਾ ਸਬਜੈਕਟ ਸੀ ਉਹਦੇ ਵਿੱਚ ਇੱਕ ਛੋਟੀ ਜਿਹੀ ਕਹਾਣੀ ਆਈ, ਮੈਨੂੰ ਅੱਜ ਵੀ ਯਾਦ ਹੈ। ਅੰਗੁਲੀ ਮਾਲ, ਅੰਗੁਲੀ ਮਾਲ ਦਾ ਭਾਵ ਵੀ ਜਿਹਨੇ ਉਂਗਲਾਂ ਦੀ ਮਾਲਾ ਗਲ ਚ ਪਾਈ ਹੋਈ। ਇਹਨਾਂ ਵਿਦਿਆਰਥੀ ਸੀ ਵਿਦਿਆਲਿਆ ਵਿੱਚ, ਵਿਦਿਆਲੇ ਵਿੱਚ ਵਿਦਿਆਰਥੀ ਸੀ ਵੀ ਕੋਈ ਦੋਸ਼ ਲੱਗ ਗਿਆ ਤੇ ਵਿਦਿਆਲੇ ਚੋਂ ਬਾਹਰ ਕੱਢ ਗਿਆ। ਹੈ ਧਾਰਮਿਕ ਪੁਰਸ਼ ਸੀ ਤੇ ਉਹ ਲੜਕਾ ਇੱਕ ਪਹਾੜੀ ਤੇ ਜਾ ਕੇ ਰਹਿਣ ਲੱਗ ਪਿਆ। ਤੇ ਮਹਾਂਵੀਰ ਜਦੋਂ ਚਲਦੇ ਚਲਦੇ ਬੁੱਧ ਜੀ ਦੇ ਇਲਾਕੇ ਦੇ ਵਿੱਚ ਪਹੁੰਚੇ ਨਾ, ਪਿੰਡ ਵਿੱਚ ਰਾਤ ਕੱਟੀ, ਤੇ ਅਗਲੇ ਦਿਨ ਜਦੋਂ ਤੁਰਨ ਲੱਗੇ ਜੀ, ਉਹ ਪਹਾੜੀ ਵੱਲ ਤੁਰ ਪਏ ਜਿੱਧਰ ਉਹ ਰਹਿੰਦਾ ਸੀ, ਉੱਧਰ ਨੂੰ ਤੁਰ ਪਏ। ਤੇ ਨਗਰ ਵਾਲੇ ਕਹਿੰਦੇ ਨੇ ਵੀ ਮਹਾਤਮਾ ਜੀ ਇੱਧਰ ਨਾ ਜਾਓ, ਵੀ ਇੱਧਰ ਨਾ ਅੰਗੁਲੀ ਮਾਲ ਨਹੀਂ ਹੈ, ਉਹਦਾ ਨਾਂ ਹੀ ਪਾ ਦਿੱਤਾ ਲੋਕਾਂ ਨੇ। ਉਹ ਕੀ ਕਰਦਾ ਸੀ ਵੀ ਲੋਕਾਂ ਦੀਆਂ ਉਂਗਲਾਂ ਵੱਢ ਕੇ ਨਾ ਤੇ ਰੋ ਕੇ ਗਲ ਚ ਪਾ ਦਿੰਦਾ ਸੀ ਵੀ ਤੁਸੀਂ ਉੱਧਰ ਨਾ ਜਾਓ, ਵੀ ਬੜਾ ਖਤਰਨਾਕ ਜਗ੍ਹਾ ਹੈ। ਮਹਾਤਮਾ ਜੀ ਕਹਿੰਦੇ ਨਾ, ਮੈਂ ਤਾਂ ਉੱਧਰ ਹੀ ਜਾਣਾ। ਵੀ ਡਾਕਟਰ ਤਾਂ ਉੱਥੇ ਜਾਏਗਾ ਜੀ ਜਿੱਥੇ ਰੋਗੀ ਹੋਵੇਗਾ, ਵੀ ਮੈਂ ਤਾਂ ਉੱਥੇ ਹੀ ਜਾਣਾ। ਲੋਕਾਂ ਨੇ ਬੜਾ ਰੋਕਿਆ ਜੀ, ਪਰ ਮਹਾਤਮਾ ਨਹੀਂ ਰੁਕੇ, ਚਲੇ ਗਏ।
ਉੱਤੇ ਕਿਤੇ ਪਹਾੜ ਤੇ ਬੈਠਾ ਉਹਨੇ ਵੇਖ ਲਿਆ, ਆਵਾਜ਼ ਮਾਰੀ ਠਹਿਰ ਜਾ। ਉੱਥੇ ਖਲੋ ਗਏ, ਮਹਾਤਮਾ ਕੋਲ ਆਇਆ, ਤੁਹਾਨੂੰ ਮੇਰੇ ਤੋਂ ਡਰ ਨਹੀਂ ਲੱਗਾ? ਕਹਿੰਦੇ ਮੈਂ ਤੇਰੇ ਤੋਂ ਕਿਉਂ ਡਰਾਂ, ਤੁਹਾਨੂੰ ਪਤਾ ਹੈ ਕਿ ਮੈਂ ਕੀ ਕਰਦਾ, ਲੋਕਾਂ ਨੂੰ ਮਾਰ ਕੇ ਤੇ ਉਹਨਾਂ ਦੀਆਂ ਉਂਗਲਾਂ ਵੱਢ ਗਲੇ ਚ ਪਾਉਂਦਾ। ਮਹਾਤਮਾ ਜੀ ਕਹਿੰਦੇ ਲੱਗੇ ਵੀ ਇਹ ਤੇਰਾ ਸੁਭਾਅ ਬੜਾ ਕਰੂਰ ਹੈ ਕਿ ਤੂੰ ਲੋਕਾਂ ਦੀਆਂ ਉਂਗਲਾਂ ਵੱਢ ਗਲੇ ਚ ਪਾਉਂਦਾ, ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਤੂੰ ਐਸਾ ਕਿਉਂ ਕਰਦਾ ਹੈ? ਉਹਨੇ ਆਖਿਆ ਵੀ ਮੈਂ ਵਿਦਿਆਲੇ ਚ ਪੜ੍ਹਦਾ ਸੀ, ਛੋਟਾ ਹੁੰਦਾ, ਧਾਰਮਿਕ ਵਿਦਿਆ ਪੜ੍ਹਦਾ ਸੀ, ਜੋ ਕੰਮ ਮੈਂ ਨਹੀਂ ਸੀ ਨਾ ਕੀਤਾ, ਮੇਰੇ ਉੱਤੇ ਉਹ ਦੋਸ਼ ਲਾ ਕੇ ਤੇ ਧੱਕੇ ਮਾਰ ਕੇ ਵਿਦਿਆਲੇ ਚੋਂ ਮੈਨੂੰ ਬਾਹਰ ਕੱਢ ਦਿੱਤਾ ਗਿਆ, ਮੈਂ ਬਦਲਾ ਲੈਣਾ ਤੇ ਹੁਣ ਤੁਹਾਡੀ ਵਾਰੀ ਆ, ਤੁਸੀਂ ਇੱਥੇ ਆ ਗਏ। ਪਹਿਲੀ ਵਾਰੀ ਕੋਈ ਸੰਤ ਟੱਕਰਿਆ, ਪਹਿਲਾਂ ਆਮ ਲੋਕ ਹੀ ਮਿਲਦੇ ਸੀ, ਅੱਜ ਮੈਂ ਬਦਲਾ ਲਵਾਂਗਾ ਵੀ ਉਸ ਕੈਟਾਗਰੀ ਦਾ ਮੈਨੂੰ ਟੱਕਰਿਆ ਜਿਨ੍ਹਾਂ ਮੈਨੂੰ ਵਿਦਿਆਲੇ ਚੋਂ ਬਾਹਰ ਕੱਢਿਆ ਸੀ। ਮਹਾਤਮਾ ਜੀ ਕਹਿੰਦੇ ਕੋਈ ਗੱਲ ਨਹੀਂ, ਏਦਾਂ ਕਰ ਲਵੀਂ, ਚਲ ਇੱਕ ਛੋਟਾ ਜਿਹਾ ਕੰਮ ਕਰਦੇ, ਮੇਰੀ ਆਖਰੀ ਖਵਾਹਿਸ਼ ਪੂਰੀ ਕਰਦੇ। ਕਹਿੰਦੇ ਕੀ ਜੀ? ਕਹਿੰਦੇ ਜਦ ਲੱਤ ਨੂੰ ਤੋੜ ਕੇ ਜਾ। ਉਹ ਗਿਆ ਜੀ ਲੱਤ ਨੂੰ ਤੋੜਨ ਵਾਸਤੇ, ਉਹਦੇ ਕੋਲ ਸ਼ਸਤਰ ਸੀ, ਉਹਨੇ ਟਾਹਣਾ ਫੜਿਆ ਤੇ ਉਹ ਟਾਹਣਾ ਹੀ ਫੜ ਦਿੱਤਾ ਸਾਰਾ ਹੀ, ਖਿੱਚ ਕੇ ਲਾਇਆ ਜੀ, ਲੈ ਲਓ ਲੱਤ। ਕਹਿੰਦੇ ਮੈਂ ਤਾਂ ਦਾਤਣ ਮੰਗੀ ਸੀ ਤੇਰੇ ਕੋਲੋਂ। ਕਹਿੰਦੇ ਜੀ ਦਾਤਣ ਹੀ ਆ। ਕਹਿੰਦੇ ਸਾਰਾ ਟਾਹਣਾ ਹੀ ਵੱਢ ਲਿਆ, ਜਾ ਇਹਨੂੰ ਜੋੜ ਕੇ ਆ ਨਾਲ। ਕਹਿੰਦਾ ਜੀ ਇਹ ਦੁਆਰਾ ਨਹੀਂ ਟੁੱਟਦਾ। ਕਹਿੰਦੇ ਜੇ ਜੋੜ ਨਹੀਂ ਸਕਦਾ ਤੇ ਫਿਰ ਤੋੜਦਾ ਕਿਉਂ? ਜੇ ਜੋੜਨ ਦੀ ਸਮਰੱਥਾ ਨਹੀਂ ਤੇ ਫਿਰ ਤੋੜਦਾ ਕਿਉਂ? ਮੈਂ ਤੇਰੇ ਕੋਲ ਗਿੱਠ ਨੂੰ ਦਾਤਣ ਮੰਗੀ, ਤੂੰ ਸਾਰਾ ਟਾਹਣਾ ਵੱਢ ਦਿੱਤਾ, ਇਹਨਾਂ ਨੂੰ ਨੁਕਸਾਨ ਕਰ ਦਿੱਤਾ। ਗਲਤੀ ਤੂੰ ਕੀਤੀ ਜਾਂ ਨਹੀਂ ਕੀਤੀ, ਦੋਸ਼ ਤੇਰੇ ਤੇ ਇੱਕ ਬੰਦੇ ਨੇ ਲਾਇਆ ਤਾਂ ਕਿੰਨੇ ਲੋਕਾਂ ਦਾ ਕਤਲ ਕੀਤਾ। ਜੇ ਕਿਸੇ ਨੂੰ ਜਿਉਂਦਾ ਕਰਨ ਦੀ ਸਮਰੱਥਾ ਨਹੀਂ ਰੱਖਦਾ ਤੇ ਤੈਨੂੰ ਕਿਸੇ ਨੂੰ ਮਾਰਨ ਦਾ ਹੱਕ ਵੀ ਨਹੀਂ। ਜੇ ਤੂੰ ਕਿਸੇ ਨੂੰ ਜੋੜ ਨਹੀਂ ਸਕਦਾ ਤੇ ਤੈਨੂੰ ਤੋੜਨ ਦਾ ਵੀ ਕੋਈ ਹੱਕ ਨਹੀਂ। ਤੇ ਗੁਰਮੁਖੋ ਅੱਜ ਦੇ ਸਮੇਂ ਵਿੱਚ ਜੇ ਪ੍ਰਚਾਰਕ ਸਟੇਜ ਉੱਤੇ ਬਹਿ ਕੇ ਜੇ ਗੁਰੂ ਨੇ ਡਿਊਟੀ ਲਾਈ ਹੈ ਨਾ ਆਪਣੇ ਚਰਨਾਂ ਵਿੱਚ ਬਿਠਾ ਕੇ ਸੇਵਾ ਕਰਨ ਦੀ, ਜੇ ਪ੍ਰਚਾਰਕ ਸੰਗਤ ਨੂੰ ਗੁਰੂ ਨਾਲ, ਗੁਰੂ ਦੇ ਸਥਾਨਾਂ ਨਾਲੋਂ ਤੋੜਦਾ ਹੈ ਨਾ, ਹੱਕ ਨਹੀਂ ਕਿਸੇ ਨੂੰ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਈ ਵਾਰੀ ਸਾਡੇ ਵਰਗੇ ਲੋਕ ਰੱਬ ਦੀ ਉਸਤਤੀ ਕਰਨ ਦੇ ਚੱਕਰ ਵਿੱਚ ਰੱਬ ਦੀ ਨਿੰਦਿਆ ਕਰਦੇ ਰਹਿੰਦੇ। ਸਾਡਾ ਹਾਲ ਹੋ ਗਿਆ, ਇਸ ਪਾਸੇ ਨਹੀਂ ਸੀ ਜਾਣਾ, ਪਰ ਕੁਦਰਤੀ ਪ੍ਰਸੰਗ ਵਿੱਚ ਚੱਲ ਪਿਆ ਤਾਂ ਬੇਨਤੀ ਕੀਤੀ ਹੈ ਕਿ ਜਿਹੜੇ ਸਨਾਤਨ ਮਤ ਦੇ ਲੋਕ ਵੀ, ਕਦੇ ਤੁਸੀਂ ਡਾਕਟਰ ਭਾਈ ਵੀਰ ਸਿੰਘ ਜੀ ਦਾ ਲਿਟਰੇਚਰ ਪੜ੍ਹਿਓ, ਉਹ ਤੁਹਾਨੂੰ ਦੱਸਣਗੇ ਸ੍ਰੀ ਹਰਿਮੰਦਰ ਸਾਹਿਬ ਦੀ ਕੀ ਮਹਿਮਾ ਹੈ। ਕਦੇ ਬਾਬਾ ਦੀਪ ਸਿੰਘ ਜੀ ਦਾ ਜੀਵਨ ਪੜ੍ਹਿਓ, ਜਿਨ੍ਹਾਂ ਨੇ ਸੀਸ ਤਲੀ ਦੇ ਉੱਤੇ ਹੱਥ ਤਲੀ ਤੇ ਰੱਖ ਕੇ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਖਾਤਰ ਮੈਦਾਨੇ ਜੰਗ ਵਿੱਚ ਜੂਝ ਕੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ, ਸ਼ਹਾਦਤ ਦਾ ਜਾਮ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੀ ਖਾਤਰ ਉਹ ਲੜਦੇ ਰਹੇ ਤੇ ਅਸੀਂ ਜਿਆਦਾ ਸਿਆਣੇ ਬਣ ਕੇ ਉਹਨਾਂ ਸ਼ਹੀਦਾਂ ਨਾਲੋਂ। ਖੈਰ ਹਰਿਦਾਸ ਜੀ ਕਹਿੰਦੇ ਵੀ ਭਾਰੋ ਹੁਦੋ ਸੋ ਗਿਰ ਪਰਿਓ, ਹੋਰੋ ਚੜ੍ਹਿਓ ਆਕਾਸ਼। ਜਿਹੜਾ ਬੈਠਣ ਭਾਰਾ ਸੀ ਨਾ ਧਰਤੀ ਤੇ ਡਿੱਗ ਪਿਆ ਤੇ ਹੌਲਾ ਆਕਾਸ਼ ਤੇ ਚੜ੍ਹ ਗਿਆ। ਫਿਰ ਉਹਨਾਂ ਨੇ ਇੱਕ ਗੱਲ ਆਖੀ ਨਾਲ, ਕਹਿੰਦੇ ਗੁਰੂ ਰਾਮਦਾਸ ਜੀ ਮਹਾਰਾਜ ਸਾਡੇ ਮਤ ਦੇ ਅੰਦਰ ਬੜੇ ਅਵਤਾਰੀ ਪਰਛਾਏ, ਧਰਤੀ ਤੇ ਆਏ ਤੇ ਸਮੇਂ ਮੁਤਾਬਕ ਚਲੇ ਗਏ। ਗੁਰੂ ਰਾਮਦਾਸ ਮਹਾਰਾਜ ਤੁਸੀਂ ਆਏ ਤਾਂ ਹੋ ਪਰ ਗਏ ਨਹੀਂ। ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੈਠੇ ਹੋ। ਫਿਰ ਮਹਾਰਾਜ ਕਹਿੰਦੇ ਪੂਜਾ ਉਸ ਦੀ ਕਰੋ ਜਿਹੜਾ ਪਿੱਛੇ ਵੀ ਸੀ, ਜਿਹੜਾ ਹੁਣ ਵੀ ਹੈ ਤੇ ਜਿਹੜਾ ਸਦਾ ਰਹੇ। ਉਹਦੀ ਪੂਜਾ ਕਰਿਆ ਕਰੋ, ਉਹਦੀ ਪੂਜਾ ਨਾ ਕਰੋ ਜਿਹੜਾ ਆਇਆ ਸੀ ਤੇ ਚਲਾ ਗਿਆ। ਉਹ ਤੁਹਾਡਾ ਉਧਾਰ ਕਿੱਥੋਂ ਕਰ ਦੇਗਾ ਜਿਹੜਾ ਆਇਆ ਸੀ ਤੇ ਚਲਾ ਗਿਆ? ਇੱਕ ਕਬਰ ਵਿੱਚ ਦਫਨ ਹੈ, ਜਿਹੜਾ ਕਬਰ ਵਿੱਚ ਦਫਨ ਹੈ ਤੁਹਾਡਾ ਉਧਾਰ ਕਿੱਥੋਂ ਕਰ ਦੇਗਾ? ਅੱਜ ਆਪ ਉਹ ਕਬਰ ਵਿੱਚ ਬੈਠਾ ਕਿਤੇ ਪੁਕਾਰ ਕਰਦਾ ਹੈ ਵੀ ਮੇਰਾ ਭਲਾ ਹੋ ਜਾਏ, ਤੇ ਅਸੀਂ ਜਾ ਕੇ ਉਸ ਕਬਰ ਤੇ ਖਲੋ ਕੇ ਕਹਿੰਦੇ ਆ ਜੀ ਸਾਡੇ ਬੱਚੇ ਪੇਪਰਾਂ ਚੋਂ ਪਾਸ ਹੋ ਜਾਣ। ਕਹਿੰਦੇ ਕਿ ਨਹੀਂ ਕਹਿੰਦੇ ਸਮਾਧਾਂ ਤੇ ਜਾ ਕੇ? ਹੁਣ ਉਹ ਪੇਪਰ ਥੋੜਾ ਕਰੇਗਾ ਅੱਗੇ ਸਾਡਾ? ਨਹੀਂ ਭਾਈ, ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਬਾਣੀ ਪੜ੍ਹਿਆ ਕਰੋ, ਬੁੱਧੀ ਤੀਕਸ਼ਣ ਹੁੰਦੀ ਹੈ,
सिमरन साधन करिया करो, ਇਹਦੇ ਨਾਲ बुद्धि तीक्ष्ण होती है। जाके बड़िया मठा मनन नाल नहीं किसी ने कुछ मिलता। इत्थे पातशाह जी कहते उसकी पूजा करो, उसका ध्यान धारो, जो थे अब है और आगे हुआ है, जेड़ा सी पिछे जेड़ा हुण भी है, जिन्हें अगे होना है, उसका ध्यान हृदय विच धारो। कोटक इंद्र करेजे के कई कोट गोविंद्र बनाए कमायो। जिसने करोड़ा इंद्र पैदा किए, जिसने करोड़ा उपिंदर, उपिंदर कहते जी 52 अवतार, जिसने करोड़ा 52 अवतार बना के खपायो खपा देते, नाश कर देते हन। दानव देव पनिंद्र धराधर पछ पसुने जातक नायो। जिसने दानव दैत पैदा कर देते, देवते पैदा कर देते, फनिंद्र जिन्हें शेषनाग पैदा किया, धराधर जिसने धरती चुकी हुई है, धर पशु नह जात करायो, पश पशु नह जात करायो। अनेकों ही पक्षी पशुओं ने पैदा किए, जिन्हां की गिनती नहीं की जा सकती। आज लगे तब साधत है सेवो ब्रह्मा कछ पार न पायो। सतगुरु कहते समझ, आज लगे तब साधत है, अज ताई कहते तब साधते ने। कौन जी? शिव ब्रह्मा, शिव जी ते ब्रह्मा आप उस निरंकार को जपते हैं, वो आप उस वाहिगुरू को प्राप्त करने वास्ते तप कर रहे हो, दी भक्ति करते ने। तू ना भी पूजी जाता है। ये ना सोचो भी मैं किसी अवतारी पुरुष का निरंतर कर रहा नहीं। मेरी अपनी आदत है, सुभाव है, जो साडे विद्यादाते ने सानू दता है। दुनिया के विच किसी भी धर्म, मैं सिर्फ धर्म की गल करदा, मजहबां की गल नहीं करदा जिहड़े फोकट दे बने हुए हैं, सिर्फ प्रार्थना धर्मां दी। उन्हां दे जिन्ने धर्म ग्रंथ ने, जिन्ने अवतारी पुरुष ने, जिन्ने उन्हां दे धार्मिक स्थान ने, सारियां दा कदर करना है, सब दा सत्कार करना अपनी जगह ते सही है। और एक पासे करके धर जी कह रहे हैं भी तुसीं उन्हां दा नाम जप के उन्हां नूं रब कह रहे हो, दूजे पासे वो आप बैठे रब की आराधना करते रहे ने। सतगुरु कहते जिन्हां की आराधना वो कर रहे ने, तुसीं भी उन्हां की आराधना करो, तुसीं भी उस मालिक नूं जपो। तुहानूं विच विचोला पाउण दी की लोड़ पै गई। जिवें एक असीं गुरी संत मंगण गया ना औरंगजेब दे कोल, औरंगजेब आप हाथ अट के खलोता होया सी कि खुदा मैनूं आ भी दे दे, मैनूं आ भी दे दो, कि शानू मुड़ पिया। औरंगजेब कहन लगा कि संत जी किथे चले, कुछ मंगण आए सी। कहते तू तो आप मंगता है, मैं तेरे को की मंगा? तू तो आप हाथ अट के रब को मंगता पिया है। फर्क इन्ना क्या कि एक जाके सड़क ते खलो के मंग लैंदा है, तू महलों विच खलो के मंगता पिया है। वो छोटा जिहा भिखारी है, तू वड्डा भिखारी है। तू अमीर भिखारी है, वो गरीब भिखारी है। जेदे कोलों तू मंगया ते तेनू राज मिल गया, ते मैं फिर ओदे कोलों मंगांगा ना जेदे कोलों मंग के तेनू राज मिलिया। मैनूं की लोड़ है तेरे कोलों मंगण दी? कदे गुरु अंगद देव साहब दे जीवन के झात मारीए, पहला जाते सन ना देवी पूजन करन ज्वाला देवी, ते जदों गुरु नानक साहब महाराज ने दीदार कीते ते अमृत वेले कि बीबी झाड़ू मारदी सी, आख्या बीबा कौन है? बड़ी छेती भुल गए। अगे तो 6 महीने 6 महीने बाद आके पूजा करता सी। आख्या भी तू कौन है? वही देवी है जिहदी पूजा करदा जाके। इत्थे की करन वास्ते मैं भी इत्थों ही लेके आया। इत्थे झाड़ू मार के सानू सारा कुछ इत्थों मिलता है। ते गुरु अंगद देव साहब सच्चे पातशाह कहते फिर मैं तेनों क्यों पूजा? मैं भी तो उसे दी पूजा करांगा ना जेदे कोलों लैके तू साडी झोली भरदी है। मैं उसे दे चरण पूजांगा जेड़ा सारियां दी झोली भरदा है, जेड़ा सब दी झोली भरदा। इस करके महाराज कहते जे जे तुमरे ध्यान को नित उठ ध्याए है संत, अंत रहेंगे मुक्त फल पावेंगे भगवान। हे वाहिगुरू जेड़े जेड़े संत जन अमृत वेले उठ के तेरे ध्यान नूं धारनगे, तेरा नाम जपणगे, अंत काल मुक्ति का फल प्राप्त करनगे, भगवंत वाहिगुरू की प्राप्ति कर लैणगे।
ਇੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਆਦ ਲਗੇ ਤਪ ਸਾਧਤ ਹੈ ਸ਼ਿਵੂ ਬ੍ਰਹਮਾ ਕਛ ਪਾਰ ਨਾ ਪਾਇਓ। ਅੱਜ ਤਾਈਂ ਵੀ ਤਪ ਸਾਧਦੇ ਨੇ ਬ੍ਰਹਮਾ ਤੇ ਸ਼ਿਵ ਜੀ ਆਦਿ, ਉਹਨਾਂ ਨੇ ਵੀ ਉਸ ਪਰਮੇਸ਼ਰ ਦਾ ਪਾਰਾਵਾਰ ਨਹੀਂ ਪਾਇਆ। ਉਹਨਾਂ ਨੇ ਵੀ ਕਹਿ ਦਿੱਤਾ ਕਿ ਉਹ ਵਾਹਿਗੁਰੂ ਬੇਅੰਤ ਹੈ। ਤੇਜਕ ਦੇਵ ਨਾ ਭੇਦ ਲਖਿਓ, ਜੈ ਸੋਈ ਗੁਰੂ ਗੁਰ ਮੋਹਿ ਬਤਾਇਓ। ਜਿਸ ਅਕਾਲ ਪੁਰਖ ਦਾ ਭੇਦ ਨਾ ਵੇਦਾਂ ਨੇ ਜਾਣਿਆ ਤੇ ਨਾ ਤਰਤੀਬਾਂ ਨੇ ਜਾਣਿਆ, ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਮੈਨੂੰ ਮੇਰੇ ਗੁਰੂ ਨਾਨਕ ਸਾਹਿਬ ਨੇ ਬਤਾ ਦਿੱਤਾ, ਦੱਸ ਦਿੱਤਾ। ਉਸ ਵਾਹਿਗੁਰੂ ਦਾ ਗਿਆਨ ਮੇਰੇ ਗੁਰੂ ਨੇ ਮੇਰੀ ਝੋਲੀ ਦੇ ਵਿੱਚ ਪਾ ਦਿੱਤਾ। ਦੁਨੀਆ ਦੇ ਵਿੱਚ ਕੇਵਲ ਤਾਂ ਕੇਵਲ ਇੱਕੋ ਹੀ ਪੰਥ ਐਸਾ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਪ੍ਰਤੱਖ ਦਰਸ਼ਨਾਂ ਦੀ ਗੱਲ ਕੀਤੀ। ਗਿਆਨੀ ਮਾਨ ਸਿੰਘ ਜੀ ਝੌਰ, ਮੈਂ ਉਹਨਾਂ ਦਾ ਬਚਨ ਪੜ੍ਹਿਆ, ਉਹ ਕਹਿੰਦੇ ਵੀ ਮੈਂ ਆਪਣੀ ਵਿਦਿਆ ਗੁਰੂ ਕੋਲ ਗਿਆ। ਉਹ ਪੰਡਤ ਜੀ ਕੋਲੋਂ ਵੀ ਬੜੇ ਸਨ, ਬੁਲਾਣਾ ਉਹਨਾਂ ਕੋਲੋਂ ਵੀ ਵਿਦਿਆ ਲਈ ਬੜੇ ਵਿਦਵਾਨ ਸਨ। ਅੱਜ ਦੀ ਪੀੜ੍ਹੀ ਤਾਂ ਉਹਨਾਂ ਨੂੰ ਨਹੀਂ ਜਾਣਦੀ, ਪੁਰਾਣੇ ਬਜ਼ੁਰਗ ਜਾਣਦੇ। ਗਿਆਨੀ ਮਾਨ ਸਿੰਘ ਜੀ ਝੌਰ ਕਹਿੰਦੇ ਮੈਂ ਸਾਰਿਆਂ ਕੋਲ ਗਿਆ ਵੀ ਮੈਂ ਸਭ ਨੂੰ ਜਾ ਕੇ ਕਿਹਾ ਵੀ ਰੱਬ ਦੇ ਦਰਸ਼ਨ ਹੋ ਸਕਦੇ ਨੇ। ਕਹਿੰਦੇ ਸਾਰਿਆਂ ਨੇ ਇੱਕੋ ਹੀ ਜਵਾਬ ਦਿੱਤਾ ਵੀ ਰੱਬ ਦੇ ਦਰਸ਼ਨ ਨਹੀਂ ਹੋ ਸਕਦੇ। ਉਹ ਤਾਂ ਅਨੁਭਵ ਦਾ ਵਿਸ਼ਾ ਵੀ ਅਨੁਭਵ ਕੀਤਾ ਜਾ ਸਕਦਾ ਹੈ। ਕਹਿੰਦੇ ਵੀ ਮੈਂ ਇੱਕ ਪਾਸੇ ਬਾਣੀ ਨੂੰ ਵਿਚਾਰੀ ਜਾਵਾਂ ਤੇ ਦੂਜੇ ਪਾਸੇ ਜਿਹੜੇ ਮੈਨੂੰ ਵਿਦਿਆ ਪੜਾਉਣ ਵਾਲੇ ਮੇਰੇ ਵਿਦਿਆ ਗੁਰੂ ਸੀ, ਮੈਂ ਉਹਨਾਂ ਕੋਲ ਜਾਵਾਂ ਵੀ ਮੈਨੂੰ ਕੋਈ ਤਾਂ ਦੱਸ ਦਿਓ ਵੀ ਜੋ ਪ੍ਰਮਾਤਮਾ ਹੈ ਉਹ ਦੇਖਣ ਦਾ ਵਿਸ਼ਾ, ਉਹ ਦੇਖਿਆ ਜਾ ਸਕਦਾ। ਕਹਿੰਦੇ ਸਾਰਿਆਂ ਨੇ ਜਵਾਬ ਦੇ ਦਿੱਤਾ ਨਹੀਂ। ਕਹਿੰਦਾ ਮੈਂ ਮੌਲਾਨਾ ਜੀ ਕੋਲ ਵੀ ਗਿਆ, ਮੈਂ ਮਹਿਲਤ ਜੀ ਕੋਲ ਵੀ ਗਿਆ, ਹੋਰ ਜਿਹੜੇ ਨਿਰਮਲ ਜਿਨ੍ਹਾਂ ਕੋਲ ਮੈਂ ਵਿਦਿਆ ਪੜ੍ਹੀ ਮੈਂ ਸਾਰਿਆਂ ਨੂੰ ਜਾ ਕੇ ਪੁੱਛਿਆ। ਕਹਿੰਦੇ ਫਿਰ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਆਇਆ, ਫਿਰ ਇਹਨਾਂ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਰਪਾ ਕਰ ਦਿਓ, ਤੁਸੀਂ ਮੈਨੂੰ ਦੱਸ ਦਿਓ ਜਿਸ ਪਰਮਾਤਮਾ ਨੂੰ ਲੋਕ ਅਨੁਭਵ ਦਾ ਵਿਸ਼ਾ ਕਹਿੰਦੇ ਨੇ, ਸਿਰਫ ਅਨੁਭਵ ਕੀਤਾ ਜਾ ਸਕਦਾ ਹੈ ਕਿ ਉਹਦੇ ਦਰਸ਼ਨ ਹੋ ਸਕਦੇ ਨੇ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨੇ ਸਾਫ਼ ਕਹਿ ਦਿੱਤਾ ਜੀ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਮੈਂ ਤਾਂ ਤੁਹਾਡੇ ਦਰਸ਼ਨ ਦੇਖ ਦੇਖ ਕੇ ਜੀਵਦਾ, ਮੈਨੂੰ ਤਾਂ ਹੀ ਬੜੀ ਤੁਹਾਡੇ ਦੀਦਾਰ ਦੀ, ਅਕਾਲ ਪੁਰਖ ਦੇ ਦਰਸ਼ਨਾਂ ਦੀ ਦੀਦਾਰ ਦੀ ਗੱਲ ਜੇ ਕਿਸੇ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਕਿ ਉਹਦੇ ਦੀਦਾਰ, ਉਹਦੇ ਦਰਸ਼ਨ ਹੋ ਸਕਦੇ। ਭਗਤ ਨਾਮਦੇਵ ਜੀ ਵਰਗੇ ਮਹਾਂਪੁਰਸ਼ਾਂ ਦਾ ਜੀਵਨ ਪੜ੍ਹੋ ਜਿਨ੍ਹਾਂ ਨੇ ਜੀਵਨ ਵਿੱਚ ਕਈ ਵਾਰੀ ਪਰਮੇਸ਼ਰ ਦੇ ਦਰਸ਼ਨ ਕਰ ਲਏ। ਇੱਕ ਸਾਧੂ ਨੇ ਜੀ, ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਵਾਲਾ, ਤੁਹਾਡੇ ਚੋਂ ਕਈਆਂ ਬਜ਼ੁਰਗਾਂ ਨੇ ਦਰਸ਼ਨ ਵੀ ਕੀਤੇ ਹੋਣਗੇ ਤੇ ਕਈਆਂ ਨੇ ਉਹਨਾਂ ਦਾ ਜੀਵਨ ਵੀ ਪੜ੍ਹਿਆ ਹੋਵੇਗਾ ਤੇ ਉਹਨਾਂ ਨੇ ਬੜੀ ਭਗਤੀ ਬੰਦਗੀ ਕੀਤੀ। ਮਹਾਰਾਜ ਦਸਵੇਂ ਪਾਤਸ਼ਾਹ ਨੇ ਪ੍ਰਤੱਖ ਦੀਦਾਰ ਦਿੱਤੇ ਉਹਨਾਂ ਨੂੰ, ਮਹਾਂਪੁਰਸ਼ਾਂ ਨੂੰ। ਬੜਾ ਹੀ ਉਹਨਾਂ ਦਾ ਨਿੱਘਾ ਤੇ ਪਿਆਰਾ ਜੀਵਨ ਹੈ। ਕਿ ਪੁਸਤਕ ਹੈ ਜੀ ਸੇਕ ਲੇਹਿਆ, ਬਾਣੀ ਦਾ ਬਚਨ ਹੈ ਜੀ, ਜਿਨ੍ਹਾਂ ਦਾ ਵਿਸਰੈ ਨਾਮ ਸੇਕ ਲੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਕਲੇਹਿਆ ਦਾ ਭਾਵ ਕਿਹੋ ਜਿਹਾ, ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਕਿਹੋ ਜਿਹੇ ਨੇ। ਮਹਾਰਾਜ ਨਾਲ ਹੀ ਕਹਿੰਦੇ ਜੀ, ਮੂਲ ਮਾਤਰ ਭੇਦ ਨਾ ਜਾਣਿਓ, ਸਾਈਂ ਵਰਗੇ ਰੱਬ ਵਰਗੇ ਹੁੰਦੇ ਨੇ। ਉਹਨਾਂ ਦੇ ਜੀਵਨ ਵਿੱਚ ਇੱਕ ਕਥਾ ਵੀ ਉਹਨਾਂ ਨੇ ਪ੍ਰਤੱਖ ਮਹਾਰਾਜ ਦੇ ਦੀਦਾਰ ਕੀਤੇ। ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਗੁਰੂਆਂ ਹੋਈਆਂ ਜਿਨ੍ਹਾਂ ਨੇ ਗੁਰੂ ਦੇ ਪ੍ਰਤੱਖ ਦਰਸ਼ਨ ਕੀਤੇ ਨੇ। ਪਰਮਾਤਮਾ ਦਰਸ਼ਨ ਦਾ ਵਿਸ਼ਾ ਹੈ। ਇਹ ਗੱਲ ਕੇਵਲ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਦੱਸੀ ਹੈ। ਸਤਿਗੁਰੂ ਕਹਿੰਦੇ ਵੇਦ ਕਤੇਬ ਨਾ ਭੇਦ ਰੱਖਿਓ, ਜੇ ਸੋਈ ਗੁਰੂ ਗੁਰ ਮਹਿ ਬਤਾਇਓ। ਜਿਹਦਾ ਭੇਦ ਅੱਜ ਤਾਈਂ ਵੇਦ ਕਤੇਬ ਵੀ ਨਾ ਪਾ ਸਕੇ, ਉਸ ਦਾ ਭੇਦ ਮੇਰੇ ਗੁਰੂ ਨੇ ਮੈਨੂੰ ਦੱਸ ਦਿੱਤਾ ਹੈ। ਉਹਦੇ ਦੀਦਾਰ ਮੇਰੇ ਗੁਰੂ ਨੇ ਮੈਨੂੰ ਕਰਾ ਦਿੱਤੇ ਨੇ। ਉਸ ਗੁਰੂ ਦੀ ਅਕਾਲ ਪੁਰਖ ਦੀ ਮਹਿਮਾ ਜਿਹੜੀ ਮੇਰੇ ਗੁਰੂ ਨੇ ਮੇਰੀ ਝੋਲੀ 'ਚ ਪਾ ਦਿੱਤੀ ਹੈ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਕਰੀਬਨ ਸਮੇਂ ਦੀ ਸਮਾਪਤੀ ਹੈ। ਸੋ ਅੱਜ ਚੌਥੇ ਦੀਵਾਨ ਦੀ ਸਮਾਪਤੀ ਹੋਈ ਹੈ। ਆਪ ਜੀ ਸਾਰੇ ਗੁਰੂ ਸਾਹਿਬ ਦੀ ਹਜ਼ੂਰੀ ਚੜ੍ਹ ਕੇ ਆਏ ਹੋਏ। ਆਪ ਜੀ ਦਾ ਇੱਕ ਕਦਮ ਸਿਰ ਮੱਥੇ ਤੇ ਕੱਲ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਨੇ ਸਮਾਗਮ ਦੇ ਵਿੱਚ। ਇਹ ਜਿਹੜੇ 33 ਸੋਈ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਉਚਾਰੇ ਨੇ, ਇਹਨਾਂ ਦੇ ਵਿੱਚ
ਇੱਕ ਅਕਾਲ ਪੁਰਖ ਦੇ ਸਰੂਪ ਦਾ ਨਿਰੂਪਣ ਕਰਦੇ ਆ ਤੇ ਪਖੰਡਵਾਦ ਦਾ ਖੰਡਨ ਕਰਦੇ ਆ। ਇੱਕ ਅਕਾਲ ਪੁਰਖ ਦੀ ਪੂਜਾ ਗੁਰੂ ਸਾਹਿਬ ਜੀ ਨੇ ਸਾਨੂੰ ਦ੍ਰਿੜ ਕਰਾਈ ਹੈ ਤੇ ਰਹਿੰਦੇ ਵਿਚਾਰ ਅਕਾਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਹੋਈਆਂ ਬਿਆਨ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਦੇ ਨੇ ਜੀ। ਸਤਿਗੁਰੂ ਜੀ ਦੀਆਂ ਸਰਬੱਤ ਗੁਰਸਿੱਖ ਸੰਗਤਾਂ ਬਖਸ਼ਣ ਜੋਗ ਹਨ ਜੀ। ਇੱਕ ਬੇਨਤੀ ਹੈ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਵਨ ਛਕਣੀ ਹੈ, 11 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਏਪੁਰਾ ਟਾਊਨ ਵਿਖੇ। ਤੇ ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਪਾਠ ਕਰਨਾ ਹੋਵੇ ਉੱਥੇ ਤੁਸੀਂ ਆਪਣਾ ਨਾਮ ਲਿਖਾ ਸਕਦੇ ਹੋ। ਤੇ ਕਾਰਾਂ ਦੀ ਸੇਵਾ ਗੁਰੂ ਘਰ ਵੱਲੋਂ ਵੀ ਹੋਵੇਗੀ। ਇੱਕ ਸਮਾਗਮ ਜਿਹੜਾ ਹੈ ਉਹ 13 ਤਰੀਕ ਨੂੰ ਖਾਲਸਾ ਸਿਰਜਣਾ ਦਿਵਸ ਦੀ ਖੁਸ਼ੀ ਵਿੱਚ ਮਨਾਇਆ ਜਾ ਰਿਹਾ। ਮਹਾਂਪੁਰਸ਼ਾਂ ਦਾ ਸ਼ਹੀਦਾਂ ਦਾ ਸਥਾਨ ਹੈ ਜੀ ਸ਼ੰਭੂ ਦੇ ਕੋਲ। ਸ਼ਹੀਦ ਬਾਬਾ ਬੇਅੰਤ ਸਿੰਘ ਜੀ ਤੇ 6000 ਸਿੰਘ ਜਿਨ੍ਹਾਂ ਦੀ ਦਿੱਲੀ ਸ਼ਹਾਦਤ ਹੋਈ, ਉਹਨਾਂ 6000 ਸ਼ਹੀਦ ਸਿੰਘਾਂ ਦਾ ਇੱਥੇ ਸੰਸਕਾਰ ਹੋਇਆ ਸੀਗਾ। ਉਹਨਾਂ ਦਾ ਸਥਾਨ ਹੈ ਉੱਥੇ। ਦਾਸ ਦਾ ਵਿਦਿਆ ਗੁਰੂ ਗਿਆਨੀ ਸ਼ੇਰ ਸਿੰਘ ਜੀ ਵਿਦਿਆ ਬਾਗਾਂ ਉਹਨਾਂ ਵੱਲੋਂ ਸਮਾਗਮ ਕਰਵਾਇਆ ਜਾ ਰਿਹਾ ਹੈ। ਤੇ ਅੰਮ੍ਰਿਤ ਸੰਚਾਰ ਵੀ 13 ਤਰੀਕ ਨੂੰ 13 ਅਪ੍ਰੈਲ ਨੂੰ ਹੋਣਗੇ ਉੱਥੇ ਵੀ। ਸੋ ਜਿਹੜੀਆਂ ਸੰਗਤਾਂ ਹਾਜ਼ਰੀਆਂ ਭਰ ਸਕਦੀਆਂ ਨੇ ਉਹ ਜ਼ਰੂਰ ਕਿਰਪਾ ਕਰਨ। ਬਾਕੀ ਕਰੀਬਨ ਵਿਸਾਖੀ ਦਾ ਸਮਾਗਮ ਹਰ ਇੱਕ ਸਥਾਨ ਤੇ ਮਨਾਇਆ ਜਾਂਦਾ ਹੈ ਤੇ ਹਰ ਇੱਕ ਗੁਰਸਿੱਖ ਪਿਆਰੇ ਨੇ ਜਿੱਥੇ ਵੀ ਕਿਤੇ ਸਮਾਗਮ ਮਨਾਏ ਜਾ ਰਹੇ ਨੇ ਹਾਜ਼ਰੀਆਂ ਭਰ ਕੇ ਆਪ ਜੀ ਨੇ ਲਾਹਾ ਪ੍ਰਾਪਤ ਕਰਨਾ, ਸਤਿਗੁਰਾਂ ਦੀਆਂ ਖੁਸ਼ੀਆਂ ਲੈਣੀਆਂ। ਹਾਂਜੀ। आज लगे तब साधन है देवहु ब्रह्मा कछ बाल न पायो। वेद कटिव न वेद